ਮਾਸ਼ਾ ਹਾਂਜੀ ਇਹ ਜਿਹੜਾ ਨਾ ਜੀ ਇਹ ਚਪਣੀ ਕੱਦੂ ਇਹ ਐਸ ਰੰਗ ਦੇ ਫੁੱਲ ਆ ਜੀ ਇਹਦੇ ਆ ਦੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਇਹ ਤਾਂ ਹਰੀ ਹੈ ਹਾਂ ਮਾਸ਼ਾਅੱਲਾ ਇਹ ਕੌੜੀ ਮਿਰਚ ਆ ਸ਼ਾਇਦ ਇਹ ਕੌੜੀ ਮਿਰਚ ਆ। अस्सलाम वालेकुम जी। ਸਿਆਣੇ ਕਹਿੰਦੇ ਵੀ ਹਕੀਮ ਬੁੱਢਾ ਹੁੰਦਾ ਹਕਮਤ ਬੁੱਢੀ ਨਹੀਂ ਹੁੰਦੀ। ਇਦਾਂ ਹੀ ਜਿਹੜਾ ਜ਼ਿਮੀਦਾਰ ਆ ਨਾ ਉਹਦੇ ਤੇ ਮਾੜਾ ਚੰਗਾ ਟਾਈਮ ਆਂਦਾ। ਜ਼ਿਮੀਦਾਰ ਕਿਸੇ ਟਾਈਮ ਲਜਾਵੇਂ ਨੂੰ ਪੈਂਦਾ। ਜ਼ਿਮੀਦਾਰ ਬੁੱਢਾ ਹੁੰਦਾ ਜ਼ਿਮੀਦਾਰਾ ਬੁੱਢਾ ਨਹੀਂ ਹੁੰਦਾ। ਜ਼ਿਮੀਦਾਰੇ ਨੂੰ ਨਵੀਂ ਨਸਲ ਨਵੀਂ ਸੋਚ ਲੈ ਕੇ ਆਵੇ ਤਾਂ ਇਹਨੂੰ ਜਿੰਨਾ ਮਰਜ਼ੀ ਜਦੀਦ ਕਰਕੇ ਜਿੰਨੀ ਮਰਜ਼ੀ ਤਰੱਕੀ ਦੇਈ ਜਾਵੇ ਨਵੀਆਂ ਫਸਲਾਂ ਨਵੀਂ ਮਸ਼ੀਨਰੀ ਦੇ ਨਾਲ ਤੇ ਉਹ ਨਵੀਂ ਸੋਚ ਨਾਲ ਜਦੋਂ ਬੰਦਾ ਕੰਮ ਕਰਦਾ ਤੇ ਉਹ ਓਡੇ ਦਾ ਓਡਾ ਹੀ ਹੁੰਦਾ। ਇਦਾਂ ਹੀ ਅਸੀਂ ਤੁਹਾਨੂੰ ਵਿਖਾਉਣ ਵਾਸਤੇ ਅਸੀਂ ਪਹੁੰਚੇ ਹਾਂ ਆਪਣੇ ਵੱਡੇ ਭਰਾ ਹਾਜੀ ਸਾਹਿਬ ਕੋ। अस्सलाम वालेकुम ਹਾਜੀ ਸਾਹਿਬ। ਹਾਜੀ ਸਾਹਿਬ ਨੂੰ ਤੁਸੀਂ ਦੇਖਿਆ ਸੀ ਅੱਗੇ ਅਸੀਂ ਗਾਜਰਾਂ ਦੀ ਦਿਖਾਈ ਸੀ ਫਿਲਮ ਬਣਾ ਕੇ ਤੇ ਉਦੋਂ ਵੀ ਕੰਮ ਇਹਨਾਂ ਨੇ ਕਿੱਡਾ ਸਾਫ਼ ਸੁਥਰਾ ਬੰਦਿਆਂ ਨੂੰ ਬੜਾ ਪਸੰਦ ਆਇਆ ਸੀ ਤੁਹਾਡਾ ਕੰਮ ਜਿਵੇਂ ਤੁਸੀਂ ਕੀਤਾ ਇਹ ਤਰਤੀਬ ਨਾਲ। ਤੇ ਇਦਾਂ ਹੀ ਨਾ ਕਹਿ ਲਓ ਵੀ ਜਿੱਦਾਂ ਕੋਈ ਬੰਦਾ ਕਿਸੇ ਘਰੋਂ ਕੋਈ ਸ਼ੈ ਲੈ ਕੇ ਤੇ ਉੱਤੇ ਲੜ ਦੇ ਕੇ ਭਾਂਡੇ ਦੇ ਲਈ ਜਾਵੇ ਨਾ ਪਤਾ ਨਹੀਂ ਲੱਗਦਾ ਵੀ ਵਿੱਚ ਕੀ ਆ ਭਾਂਡੇ ਦੇ। ਹੁਣ ਜਿਵੇਂ ਸਿਆਲਾ ਲੰਘਿਆ ਨਾ ਫਸਲਾਂ ਦੇ ਉੱਤੇ ਲੜ ਦਿੱਤੇ ਹੋਏ ਮੋਮੀ ਲਿਫਾਫੇ ਦਿੱਤੇ ਹੋਏ ਛਾਪਰ ਦਿੱਤੇ ਹੋਏ ਤੇ ਜਿੱਦਾਂ ਜਿੱਦਾਂ ਹੁਣ ਉਹ ਛਾਪਰ ਉਤਰ ਰਹੇ ਆ ਨਾ ਤੇ ਪਤਾ ਲੱਗ ਰਿਹਾ ਵੀ ਕਿਹਨੇ ਕੀ ਬੀਜਿਆ। ਤੇ ਜਦੋਂ ਅੱਜ ਛਾਪਰ ਉਤਰਿਆ ਤਾਂ ਸਾਨੂੰ ਪਤਾ ਲੱਗਿਆ ਵੀ ਹਾਜੀ ਸਾਹਿਬ ਨੇ ਬੜੀ ਕੀਮਤੀ ਤੇ ਇੱਕ ਨਵੀਂ ਫਸਲ ਨਵਾਂ ਸੁਨੇਹਾ ਲੈ ਕੇ ਆਏ। ਵੈਸੇ ਤਾਂ ਸਾਡੇ ਇਲਾਕੇ ਦੇ ਵਿੱਚ ਹਾਜੀ ਸਾਹਿਬ ਨੂੰ ਇਹ ਆਜ਼ਾਦ ਹਾਸਲ ਆ ਕਿ ਕੋਈ ਨਵੀਂ ਸ਼ੈ ਨਵੀਂ ਫਸਲ ਨਾ ਕਿਤੋਂ ਨਾ ਕਿਤੋਂ ਲੱਭ ਕੇ ਇਹ ਲੈ ਆਉਂਦੇ ਆ। ਤੇ ਐਤਕੀ ਵੀ ਇਹਨਾਂ ਨੇ ਕਹਿੰਦੇ ਪਹਿਲ ਕੀਤੀ ਆ ਵੀ ਜਿਹੜਾ ਆ ਦੇਖਣ 'ਚ ਤੁਹਾਨੂੰ ਲੱਗ ਰਿਹਾ ਵੀ ਹੈ ਇਹ ਕੀ ਸ਼ੈ ਭਲਾ ਇਹ ਜਿਹੜਾ ਤੁਸੀਂ ਮਿੱਠੇ ਚੌਲਾਂ 'ਚ ਮਤੰਜਨ ਬਣਾਉਂਦੇ ਆ ਤੇ ਉਹ ਰੰਗ ਬਰੰਗੀਆਂ ਡਲੀਆਂ ਉਹ ਬਰਫੀ ਚਾਚਾ ਚੇਤਿਆ ਹਾਂਜੀ ਹਾਂਜੀ ਬਰਫੀ ਮੁਰੱਬਾ ਤੇ ਉਹ ਮਠਿਆਈ ਉਹ ਜਿਹੜਾ ਪੇਠੇ ਕੱਦੂ ਦੀ ਬਣਦੀ ਹੈ ਨਾ ਉਹ ਪੇਠਾ ਕੱਦੂ ਦੀ ਇਹਨਾਂ ਨੇ ਬਿਸਮਿਲ੍ਲਾ ਕੀਤੀ ਹੈ। ਤੇ ਇਹ ਇਹਨਾਂ ਨੂੰ ਪੁੱਛਦੇ ਆ ਵੀ ਇਹ ਵੀ ਕਿਵੇਂ ਇਹਨਾਂ ਦੇ ਦਿਮਾਗ 'ਚ ਗੱਲ ਆਈ ਤੇ ਕਿੱਥੋਂ ਇਹ ਫਸਲ ਲੱਭੀ। ਹਾਜੀ ਸਾਹਿਬ ਦੱਸਿਓ ਇਹਦਾ ਥੋੜੀ ਜਿਹੀ ਦਾਸਤਾਨ ਇਹਦੀ। ਇਹ ਨਾ ਜੀ ਆਪਣੇ ਭਾਈ ਸਾਹਿਬ ਹੋ ਰਹੇ ਸਾਹੀਵਾਲ ਤੋਂ। ਅੱਛਾ ਮਾਸ਼ਾਅੱਲਾ ਜੀ। ਇਹ ਉੱਥੇ ਲਾਉਂਦੇ ਰਹਿਣ। ਠੀਕ ਹੈ ਜੀ। ਇਹਦਾ ਸਾਨੂੰ ਨਾ 2 ਵਾਰ ਤਾਂ ਬੀਜ ਨਹੀਂ ਮਿਲਿਆ ਪਾਕਿਸਤਾਨ ਤੋਂ। ਅੱਛਾ ਅਸੀਂ ਇੰਡੀਆ ਤੋਂ ਮੰਗਾਇਆ ਵਾਇਆ ਦੁਬਈ। ਆ ਕੱਦੂ ਦਾ ਪੇਠੇ ਕੱਦੂ ਪੇਠੇ ਕੱਦੂ ਦਾ। ਵਾਹ ਬਈ ਵਾਹ ਤੇ ਠੀਕ ਆ। ਬੜੀ ਮਿਹਨਤ ਕੀਤੀ ਇਹਦਾ ਜੀ ਕੋਈ ਨਾਂ ਨੂੰ ਹੈਗਾ ਕੋਈ ਕਹੇ ਜੇ ਬਸ ਇਦਾਂ ਹੀ। ਇਹਨੂੰ ਬਸ ਪੇਠਾ ਹੁੰਦਾ ਅੰਦਰ ਮੁਰੱਬੇ ਵਾਲਾ ਕੱਦੂ ਹੀ ਸੱਦੇ ਨੇ। ਅੱਛਾ ਮੁਰੱਬੇ ਵਾਲਾ ਖਾਸ ਆ ਜੀ ਇਹ। ਹਾਂਜੀ ਹਾਂਜੀ ਖਾਸ ਵੈਸੇ ਐਸ਼ਗਾਰਡ ਦੇ ਨਾਂ ਤੋਂ ਐਸ਼ਗਾਰਡ ਦੇ। ਅੱਛਾ ਦੂਆ ਕੱਦੂ ਤੇ ਇਸ ਕੱਦੂ 'ਚ ਫਰਕ ਹੈ? ਫਰਕ ਹੈ ਹਾਂਜੀ ਹਾਂਜੀ। ਠੀਕ ਆ। ਉਹ ਕੱਦੂ ਪਕਾਉਣ ਦੇ ਵੀ ਕੰਮ ਆ ਜਾਊਗਾ ਹੋਰ ਵਰਤਣ ਦੇ ਤੇ ਇਹਨੇ ਸਿਰਫ ਮਠਿਆਈ ਬਣਨੀ ਹੈ। ਇਹਦਾ ਮਠਿਆਈ ਆ ਜੂਸ ਵਾਲੇ ਲੈਂਦੇ ਨੇ ਇਹਨੂੰ ਜਿੰਦੇ ਵਿੱਚ ਅਸੀਂ ਬੜੇ ਖੁਸ਼ੀ ਨਾਲ ਪੀ ਲੈਂਦੇ ਆ। ਹਾਂਜੀ ਹਾਂਜੀ ਹਾਂਜੀ। ਇਹ ਸ਼ਜ਼ਾਨ ਹੈ ਤੇ ਫਲਾਣਾ ਜੂਸ ਹੈ ਜੀ। ਇਹ ਪੇਠਾ ਇਸਤੇਮਾਲ ਕੀਤਾ ਜਾਂਦਾ ਉਹਦੇ ਵਿੱਚ। ਅੱਛਾ ਉਹਦੇ 'ਚ ਵੀ ਪੇਠਾ ਇਸਤੇਮਾਲ ਕੀਤਾ ਜਾਂਦਾ ਹਾਰਟ ਪੇਸ਼ੈਂਟ ਇਸਤੇਮਾਲ ਕਰ। ਅੱਛਾ ਅੱਛਾ ਦਿਲ ਦੇ ਮਰੀਜ਼ਾਂ ਵਾਸਤੇ ਬੜੀ ਗੱਲ ਆ ਜੀ। ਉਹਦੀ ਜਿਹੜੀ ਇਸਤੇਮਾਲ ਕਰ ਬੜੀ ਨਿਆਮਤ ਆ ਜੀ ਇਹ। ਤੇ ਇਹ ਆਪਣਾ ਕਦੋਂ ਤੁਸੀਂ ਬੀਜ ਲਾਇਆ ਸੀ ਤੇ ਇਹ ਬੀ ਅਸੀਂ ਲਾਇਆ ਤਕਰੀਬਨ ਦਸੰਬਰ ਚ। ਦਸੰਬਰ 'ਚ ਹਾਂਜੀ। ਤੇ ਹੁਣ ਸਮਝ ਲਓ ਮਾਰਚ ਮਾਰਚ। ਅੱਛਾ ਮਾਰਚ ਦੀ 10 ਤਰੀਕ ਨੂੰ ਸਮਝ ਲਓ ਵੀ ਨਾ ਲਾਤ 80 ਇੱਕ ਦਿਨ ਹੋ ਗਏ ਇਹਨੂੰ ਛਾਪਰ ਥੱਲੇ। 80 ਦਿਨ ਹੋ ਗਏ ਜੀ ਬੀ ਲੱਗੇ ਨੂੰ ਤੇ ਅੱਜ ਛਾਪਰ ਲਾਇਆ ਇਹਨਾਂ ਨੇ। ਹਾਂਜੀ। ਅੱਛਾ ਇੱਕ ਚੀਜ਼ ਦੇਖੀ ਹਾਜੀ ਸਾਹਿਬ ਇਹਦਾ ਪਟੜਾ ਜਿਹੜਾ ਪਟੜਾ ਬਹੁਤ ਵੱਡਾ ਜੀ ਇਹਦਾ ਝਾੜ ਬਹੁਤ ਜ਼ਿਆਦਾ ਹੁੰਦਾ ਹੈ। ਅੱਛਾ ਅੱਛਾ। ਹਾਂਜੀ ਵੇਲ ਬੜੀ ਜ਼ਿਆਦਾ ਹੈ। ਇਹ ਤਾਲੀ ਵੀ ਵੇਲ ਨੂੰ ਵਾਇਆ 4-4 ਫੁੱਟ ਦੇਣਾ ਚਾਹੀਦਾ ਹੈ। ਅੱਛਾ ਇੰਜ ਵੀ 4 ਫੁੱਟ ਦੇਣਾ ਚਾਹੀਦਾ। ਵੈਸੇ ਚੌੜਾਈ ਇਹਦੀ ਪਟੜ ਦੀ 20-25 ਫੁੱਟ ਹੋਣੀ ਚਾਹੀਦੀ। ਬੱਲੇ 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 ਬੱਲੇ। ਇਹ ਪਹਿਲੀ ਵੇਲ ਅਸੀਂ ਦੇਖ ਰਹੇ ਹਾਂ ਜਿਹਨੂੰ ਪਟੜਾ 20-25 ਫੁੱਟ ਚਾਹੀਦਾ। ਏਡੀ ਵੱਡੀ ਵੇਲ ਬਣ ਜਾਂਦੀ ਬਹੁਤ ਵੱਡੀ ਵੇਲ ਬਣ ਜਾਂਦੀ। ਅੱਛਾ ਹਾਂਜੀ। ਕੀ ਬਾਤ ਆ ਜੀ। ਤੇ ਇਹ ਕਿੰਨੇ ਟਾਈਮ ਦੀ ਫਸਲ ਆ ਜੀ ਇਹ? ਵੈਸੇ 100 ਦਿਨ ਦੀ ਹੁੰਦੀ ਲੇਕਿਨ ਸਰਦੀ ਦੇ ਵਿੱਚ ਜਿਹੜੇ ਦਿਨ ਗਿਣੇ ਜਾਂਦੇ ਨੇ ਫਿਰ ਇਹ ਬਚਾਉਣ ਵਾਸਤੇ ਹੁੰਦੀ। ਅੱਛਾ ਅੱਛਾ। 100 ਦਿਨ ਵਿੱਚ ਤਿਆਰ ਹੋ ਜਾਂਦੀ। 100 ਦਿਨ 'ਚ ਤਿਆਰ ਹੋ ਜਾਂਦੀ। ਹੁਣ ਕਿਤੇ ਕਿਤੇ ਫੁੱਲ ਲੈ ਰਿਹਾ ਇਹ। ਹਾਂਜੀ ਮਾਸ਼ਾਅੱਲਾ। ਅੱਛਾ ਜੀ ਇਹਨੂੰ ਹੁਣ ਗਾਂ ਵੇਚਣ ਵਾਸਤੇ ਕਿ ਨਵੀਂ ਫਸਲ ਜਦੋਂ ਆਂਦੀ ਹੈ ਨਾ ਉਹ ਬੰਦਾ ਲੈ ਲੈਂਦਾ ਉਹਨੂੰ ਪਾਲ ਵੀ ਲੈਂਦਾ ਬਾਅਦ ਟਾਈਮ ਨਾ ਜੀ ਉਹਨੂੰ ਵੇਚਣ ਲੱਗਿਆ ਕੋਈ ਖਰਾਬੀ ਬਣਦੀ ਵੀ। ਤਾਂ ਸਭ ਤੋਂ ਔਖਾ ਕੰਮ ਵੇਚਣ ਹੀ ਹੈ। ਇਹਦਾ ਗਾਹ ਕੇ ਕੋਈ ਨਹੀਂ ਹੁੰਦਾ ਜੀ। ਮਾਰਕੀਟ ਬਹੁਤ ਨਾ ਹੋਣ ਦੇ ਬਰਾਬਰ ਹੈ। ਇਹ ਰਿਸਾ ਕਿ ਜੀ ਬੜਾ ਵੱਡਾ ਜੀ ਬਾਜ਼ ਔਕਾਤ ਐਵੇਂ ਹੀ ਜ਼ਾਇਆ ਕਰਨਾ ਪੈ ਜਾਂਦਾ ਜੀ। ਅੱਛਾ ਹਾਂ ਮੈਂ 2-4 ਗਾਹਕ ਪਾਕਿਸਤਾਨ ਮਾਫੀਆ ਵਾਲਾ ਸਿਸਟਮ ਹੈ ਜੀ ਇਹਦਾ। ਨਹੀਂ ਕੋਈ ਮੁੱਲ ਹੈ ਕਿ ਕੋਈ ਇਲਾਕਾ ਇਸ ਦਾ ਖਾਸ ਇਹਦਾ ਖਾਸ ਇਲਾਕਾ ਨਾਰੋਵਾਲ ਉਹ ਸਾਈਡਾਂ ਹਨ ਜੀ ਲੇਕਿਨ ਉਹ ਦੇਸੀ ਲੋਕ ਹਨ ਦੇਸੀ ਤਰੀਕੇ ਨਾਲ ਹੀ ਲਾਉਂਦੇ ਹਨ। ਆਮ ਰੂਟੀਨ ਦਾ ਪਹਾੜੀ ਇਲਾਕਾ ਸ਼ਾਮ ਦਾ ਇਲਾਕਾ ਲੱਗਦਾ ਹੈ ਕਸ਼ਮੀਰ ਵਿੱਚ ਨਾਰੋਵਾਲ ਇਹ ਸਾਈਡਾਂ ਲੱਗਦੀ। ਤੇ ਇਹਦੇ ਖਾਸ ਚੰਦ ਲੋਕ ਹੁੰਦੇ ਨੇ ਜਿਨ੍ਹਾਂ ਦਾ ਫੈਕਟਰੀ ਨਾਲ ਕਨੈਕਟ ਹੁੰਦਾ ਹੈ। ਉਹਨਾਂ ਤੋਂ ਫੈਕਟਰੀ ਲੈਂਦੀ ਜ਼ਿਮੀਦਾਰ ਤੋਂ ਨਹੀਂ ਲੈਂਦੀ ਫੈਕਟਰੀ। ਪੂਰਾ ਸਾਲ ਉਹ ਦਿੰਦੇ ਨੇ ਉਹਨੂੰ ਕਿਸੇ ਨਾ ਕਿਸੇ ਇਲਾਕੇ ਚ ਲਿਆ ਕੇ ਉਹਨਾਂ ਫੈਕਟਰੀ ਵਾਲਿਆਂ ਨੂੰ ਜਿੰਨੀ ਜ਼ਰੂਰਤ ਹੁੰਦੀ ਦਿੱਤੀ ਰੱਖ ਦੇਣੀ। ਉਹ ਵਪਾਰੀਆਂ ਦੇ ਵਪਾਰੀ ਦੇਣਾ। ਨਹੀਂ ਤੇ ਫਿਰ ਜਦੋਂ ਇਹਦੀ ਮਾਰਕੀਟ ਹੈ ਨਹੀਂ ਇਹਦੀ ਗਾਰੰਟੀ ਹੈ ਨਹੀਂ। ਬਸ ਜੀ ਸਾਡੇ ਕੋਲ ਕੋਈ 1-2 ਭਾਈ ਹਨ
ਉਹ ਕੁਝ ਇਸ ਤਰੀਕੇ ਨਾਲ ਜੀ ਆਪਣੀ ਰੋਜ਼ੀ ਵੀ ਰੱਖ ਲੈਂਦੇ ਨੇ ਕੋਈ ਅੱਛਾ ਚਲੋ ਸਾਨੂੰ ਵੀ ਉਹਨਾਂ ਦੇ ਮਾਦੇ ਚ ਠੀਕ ਹੋ ਗਿਆ ਠੀਕ ਹੋ ਗਿਆ ਆਸ ਹੈਗੀ ਆ ਰੱਬ ਦੇ ਹਾਂਜੀ, ਘਰ ਹਾਂ, ਵਿਕ ਜੂਗੀ ਤੇ ਰੇਟ ਦੇ ਹਿਸਾਬ ਨਾਲ ਤੇ ਝਾੜ ਦੇ ਹਿਸਾਬ ਨਾਲ ਕੀ ਇਹਦਾ ਕੋਈ ਹੈ ਝਾੜ ਮੈਕਸਿਮਮ ਨਾ ਘੱਟ ਤੋਂ ਘੱਟ 1000 ਮਣ ਪਰ ਏਕੜ ਦੇ ਜਾਂਦਾ ਕਿੱਲੇ ਚੋਂ ਕਿੱਲੇ ਚ ਜੀ। ਮਾਸ਼ਾਅੱਲਾ ਤੇ ਜੇ ਅਗਰ ਜ਼ਿਆਦਾ ਤੋਂ ਜ਼ਿਆਦਾ 14-1500 ਮਣ ਤੱਕ ਪਹੁੰਚ ਜਾਂਦਾ ਹੈ। ਨਹੀਂ ਪੇਠਾ ਜਿਹੜਾ ਜੀ ਪੇਠਾ ਤਾਂ ਹਾਈ ਸਾਹਿਬ ਹੋ ਜਾਂਦਾ 10 15 ਕਿਲੋ ਦਾ ਵੱਡਾ ਜਿਹੜਾ ਪੇਠਾ ਉਹ ਇਹ ਵੀ ਹੋ ਜਾਂਦਾ ਇਹ ਵੀ ਇਹ ਮੈਕਸਿਮਮ 1200 ਪੌਦਾ ਲੱਗਾ ਹੋਇਆ ਇੱਕ ਏਕੜ ਚ। ਅੱਛਾ ਇੱਕ ਮਣ ਵੀ ਅਗਰ ਇਹ ਦੇਵੇ ਤਾਂ 1200 ਮਣ ਦੀ ਤਾਂ ਪੈਦਾ ਹੋ ਰਿਹਾ ਨਾ ਆਮ ਰੂਟੀਨ ਆਮ ਰੂਟੀਨ ਬਿਲਕੁਲ ਅਗਰ 2 ਤੋਂ 3 ਪੇਠੇ ਲੈਂਦਾ ਨਾ ਫਿਰ ਮਣ ਤਾਂ ਹੋ ਗਿਆ ਬਿਲਕੁਲ 12 ਤੇ ਲੇਕਿਨ ਇਹ ਜ਼ਿਆਦਾ ਪੇਠੇ ਲੈ ਜੇ 3 ਚੁਣਾਈਆਂ ਦੇ ਜਾਂਦਾ ਹੈ। ਅੱਛਾ ਅੱਛਾ very good। ਤੇ ਹਾਈ ਸਾਹਿਬ ਇਹਦਾ ਕੀ ਇਹਦਾ ਰੇਟ ਰੂਟ ਦਾ ਰੇਟ ਸਟਾਰਟ ਤਾਂ 14-1500 ਤੇ ਹੁੰਦਾ ਜੇ ਅਗਰ ਡਿਮਾਂਡ ਜ਼ਿਆਦਾ ਹੋਵੇ ਤੇ ਕਾਸ਼ਤ ਘੱਟ ਹੋਵੇ ਤਾਂ ਅੱਛਾ ਬਹੁਤ ਘੱਟ ਹੁੰਦਾ ਹੈ ਤੇ ਬਾਜ਼ ਔਕਾਤ 2-300 ਤੇ ਆ ਜਾਂਦਾ ਐਂਡ ਤੱਕ 3-400 ਤੱਕ ਆ ਜਾਂਦਾ। ਤੇ ਇਹਦਾ ਸਾਈਜ਼ ਸੂਜ ਕਿੱਥੇ ਕਰਕੇ ਤੋੜਦੇ ਆ? ਸਹਿਜ ਇਹਦਾ ਜੀ 14-15 ਕਿਲੋ ਤੋਂ 10 ਕਿਲੋ ਤੋਂ ਉੱਤੇ ਮੈਕਸਿਮਮ ਤੋੜਿਆ ਜਾਂਦਾ ਜੀ। 10 ਕਿਲੋ ਤੋਂ ਉੱਤੇ ਜਾ ਕੇ ਤੋੜਦੇ ਰੰਗ ਸਫੈਦ ਕਰ ਦਿੰਦਾ ਉਹਦਾ ਕਲਰ ਬਦਲ ਜਾਂਦਾ ਜਦੋਂ ਤਿਆਰ ਹੁੰਦਾ ਕਲਰ ਬਦਲ ਆਪਣਾ ਕਲਰ ਬਦਲ ਫਿਰ ਜਾਂਦਾ ਪਤਾ ਲੱਗ ਜਾਂਦਾ ਕਿ ਉਹਨੇ ਪੱਕ ਗਿਆ ਹਾਂਜੀ ਜਿਵੇਂ ਲਾਓ ਨਾ ਤੇ ਸਫੈਦ ਪਾਊਡਰ ਤੁਹਾਡੇ ਹੱਥਾਂ ਨਾਲ ਲੱਗ ਜੀ ਉਹ ਜਿਵੇਂ ਦੇਸੀ ਪੇਠੇ ਦਾ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਉਹ ਖੱਟਾ ਹੋ ਜਾਂਦਾ ਖੱਟਾ ਹੋ ਜਾਂਦਾ ਇਦਾਂ। ਅੱਛਾ ਜੀ ਇਹ ਸਮਝ ਲਓ ਦੁਹਾਣੇ ਦੇ ਮੁਕਾਬਲੇ ਦੀ ਫਸਲ ਆ ਉਦਾਂ ਹੀ ਚਣਾਈਆਂ ਹੋਣੀਆਂ ਦੋ ਉਸੇ ਟਾਈਮ ਦੇ ਵਿੱਚ ਆ ਤੇ ਉਦੋਂ ਹੀ ਲੱਗਿਆ ਤੇ ਉਨਾ ਹੀ ਇਹਦਾ ਅਗਰ ਇਹ ਵਿਕੇ ਸਹੀ ਤਾਂ ਫਿਰ ਦਵਾਣੇ ਤੋਂ ਇਹਦੀ ਕਾਸਟਲੀ ਘੱਟ ਹੈ ਹਾਂਜੀ ਅੱਛਾ ਖਰਚਾ ਬਾਕੀ ਘੱਟ तमाम ਫਸਲਾਂ ਤੋਂ ਘੱਟ ਹੈ ਅੱਛਾ ਕਿਉਂਕਿ ਬੀਜ ਸਸਤਾ ਇਹਦਾ ਹਾਂ ਬੀ ਇੰਡੀਆ ਚੋਂ ਆ ਕੇ 14-1500 ਰੁਪਏ ਦਾ ਪਾਉਂਦਾ ਪਰ ਏਕੜ ਦਾ ਅੱਛਾ ਤੇ ਬਾਕੀ ਚੀਜ਼ਾਂ ਦੇ ਬੀ ਮੰਗੇ ਹੂੰ ਤੇ ਬਾਕੀ ਇਹਦੇ ਚ ਕਿੰਨਾ ਕੁ ਹੋਰ ਇਹਦੇ ਚ ਕੀ ਕੀਤਾ ਹੋਣਾ ਜੀ ਤੇ ਹੁਣ ਆ ਸਫਾਈ ਕਰਾਣੀ ਹੈ ਹਾਂ ਹੁਣ ਸਫਾਈ ਇਨਸ਼ਾਅੱਲਾ ਕਰਕੇ ਤੇ ਫਿਰ ਇਹਨੂੰ ਕੋਈ ਖਾਦ ਸਪਰੇ ਦੁਬਾਰਾ ਤੁਸੀਂ ਜੀ ਦੇਖ ਰਹੇ ਆ ਕਿ ਫਸਲ ਦੇ ਵਿੱਚ ਨਾ ਥੋੜੀ ਸਾਫ਼ ਨਹੀਂ ਇਹ ਅੱਜ ਇਹਨਾਂ ਨੇ ਛਾਪਰ ਲਾਇਆ ਤੇ ਜਿੱਦਾਂ ਜਿੱਦਾਂ ਹੁਣ ਕਿਸੇ ਫਸਲ ਦਾ ਤਰਬੂਜ ਦਾ ਜੀ ਹਾਂ ਪੇਠੇ ਦਾ ਕੱਦੂਆਂ ਦਾ ਮਿਰਚਾਂ ਦਾ ਜਿਹੜੀ ਸ਼ਾਇਦ ਹੁਣ ਛਾਪਰ ਉਤਰ ਰਿਹਾ ਨਾ ਹੁਣ ਸਫਾਈਆਂ ਸ਼ੁਰੂ ਹੋਣੀਆਂ ਤੇ ਆਹੀ ਕੱਲ ਪਰਸੋਂ ਨੂੰ ਇੱਥੇ ਧੰਨ ਹੋ ਜਾਣੀ ਹਾਂਜੀ ਇਹ ਬਾਤ ਗਰਮੀ ਜਾਂ ਪਵਣੀ ਫਿਰ ਇਹਨੇ ਸਪੀਡ ਮਾਰ ਜਾਂਦੀ ਤੇ ਇਹ ਜੀ ਪਹਿਲੀ ਵਾਰੀ ਤੁਸੀਂ ਹੱਡ ਬੀਤੀ ਲਿਆਂਦੀ ਇਹ ਤਜਰਬੇ 'ਚ ਪਹਿਲੀ ਵਾਰੀ ਨਹੀਂ ਭਾਈ ਹੋਰ 3-4 ਸਾਲ ਤੋਂ ਲਾਉਂਦੇ ਨਹੀਂ ਜੀ ਉਹ ਤਾਂ ਭਾਈ ਹੁਣੀ ਲਾਉਂਦੇ ਨਾ ਹਾਂ ਅਸੀਂ ਹੁਣ ਇਹ ਨਾ ਜੀ ਪਹਿਲੀ ਇੱਥੇ ਤਾਂ ਪਹਿਲੀ ਵਾਰੀ ਲੱਗਾ ਜੀ ਆਪਣੇ ਕੋਲ ਆਪਣੇ ਕੋਲ ਪਹਿਲੀ ਵਾਰੀ ਲੱਗਾ 2 ਸਾਲ ਅਸੀਂ ਲਾਉਂਦੇ ਰਹੇ ਹਾਂ ਲੇਕਿਨ ਸਾਡਾ ਨਹੀਂ ਹੁੰਦਾ ਰਿਹਾ ਅਸੀਂ ਉੱਥੇ ਕਸ਼ਮੀਰ ਵੀ ਲਾਇਆ ਨਹੀਂ ਹੋਇਆ ਨਹੀਂ ਤੇ ਕੀ ਨਾਮ ਆ ਭਾਈ ਦਾ ਇਹਨਾਂ ਮੀਆਂ ਖਾਨ ਜੀ ਮੀਆਂ ਖਾਨ ਸਾਹਿਬ ਤੁਸੀਂ ਦੱਸੋ ਨਾ ਵੀ ਇਹ ਤੁਸੀਂ ਜਿਹੜਾ ਕਿੰਨੇ ਸਾਲ ਹੋ ਗਏ ਲਾਉਂਦਿਆਂ ਨੂੰ ਮੈਨੂੰ ਵੈਸੇ ਹੋ ਗਏ ਨਾ 10 ਸਾਲ 10 ਸਾਲ ਹੋ ਗਏ ਤਾਂ ਇਸ ਤੋਂ ਵੱਡੀ ਕਿਹੜੀ ਗਵਾਹੀ ਲੱਭਣੀ ਇਸ ਤੋਂ ਵੱਡੀ ਗਵਾਹੀ ਕਿਹੜੀ ਆ ਮੈਨੂੰ 10 ਸਾਲ ਹੋ ਗਏ ਅੱਛਾ ਹਾਂਜੀ ਤੁਸੀਂ ਤਾਂ ਥੋੜਾ ਜਿਹਾ ਦੱਸੋ ਸਾਡੇ ਦੇਖਣ ਵਾਲਿਆਂ ਨੂੰ ਵੀ ਤੁਹਾਡੀ ਇਹ ਫਸਲ ਤੁਹਾਡੀ ਹੰਡਾਈ ਹੋਈ ਹੈ ਹਾਂ ਆਪਣੇ ਪੇਟੀ ਭਰਾਵਾਂ ਨੂੰ ਦੱਸਣਾ ਚਾਹੀਦਾ ਜੀ ਬਿਲਕੁਲ ਵੀ ਇਹ ਚੰਗੀ ਸ਼ੈ ਮਾੜੀ ਸ਼ੈ ਜੀ ਉਧਰ ਦੱਸੋ ਨਹੀਂ ਇਹ ਨਾ ਫਸਲ ਅੱਛੀ ਹੈ ਅੱਛਾ ਮਗਰ ਇਹ ਇਹਦੀ ਨਾ ਸਭ ਤੋਂ ਜਿਹੜਾ ਹੈ ਇਹਦੀ ਮਾਰਕੀਟ ਕੋਈ ਨਹੀਂ ਇਹ ਥੋੜੀ ਜਿਹੀ ਹੈ ਸੱਚੀ ਗੱਲ ਕੀਤੀ ਭਾਈ ਮਾਰਕੀਟ ਮਸਲਾ ਕੋਈ ਨਹੀਂ। ਜਿਹੜਾ ਜ਼ਿਮੀਦਾਰ ਸਬਜ਼ੀ ਵੀ ਹੈ ਨਾ ਹਾਂ ਜੇ ਤੋਂ ਹੋ ਜਾਵਣ ਫਾਇਦਾ ਹਾਂਜੀ ਤੇ ਫਿਰ ਤੋਂ ਫਾਇਦਾ ਕਰਨ ਵਾਲੇ ਨੂੰ ਭੁੱਲ ਜਾਂਦਾ ਭੁੱਲ ਜਾਂਦੇ ਵਾਹ ਵਾਹ ਜੇ ਅਗਰ ਹੁੰਦਾ ਹੋ ਜਾਵੇ ਨੁਕਸਾਨ ਤਾਂ ਫਿਰ ਉਹਨੂੰ ਯਾਦ ਰੱਖਦਾ ਜਾਂ ਮਸ਼ਵਰਾ ਦਿੱਤਾ ਹੁੰਦਾ ਯਾਦ ਰੱਖਦਾ ਅਸਲ ਰੋਲਾ ਇਸ ਗੱਲ ਦਾ ਹੈਗਾ ਹੋਰ ਮਸਲਾ ਕੋਈ ਨਹੀਂ ਇਸੇ ਵਾਸਤੇ ਨਾ ਸਬਜ਼ੀ ਕੋਈ ਵੀ ਹੈ ਨਾ ਜ਼ਿਮੀਦਾਰ ਉਹ ਬੜਾ ਇਨਸਾਨੀਅਤ ਛੱਡ ਦਿੰਦਾ ਅੱਲਾਹ ਤੇ ਉਹਨੂੰ ਇਸ ਸਿਸਟਮ ਦਾ ਪਤਾ ਨਹੀਂ ਵੀ ਰਾਜ਼ਕ ਤਾਂ ਸਾਡਾ ਰੱਬ ਹੈ ਬੇਸ਼ੱਕ ਮਾਮਲਾਤ ਤਾਂ ਸਾਰੇ ਹੁੰਦੇ ਨੇ ਇਸ ਤਾਂ ਕੋਸ਼ਿਸ਼ ਕਰਦੇ ਪਏ ਵਾਹ ਵਾਹ ਹਾਂਜੀ ਇਵੇਂ ਜੀ ਅੱਛਾ ਜੀ ਤੁਸੀਂ ਕੋਈ ਗੱਲ ਕਰ ਮੇਰਾ ਮਕਸਦ ਹੈ ਸਬਜ਼ੀ ਹੈ ਨਾ ਕੋਈ ਵੀ ਹੈ ਉਹਦਾ ਛਾਪਰ 20 ਰੁਪਏ ਦਾ ਵੀ ਹੋ ਜਾਂਦਾ ਜੀ 20 ਰੁਪਏ ਵਿੱਚ ਉਹ ਖਰਚਾ ਵੀ ਨਹੀਂ ਹਟਦਾ ਲੇਕਿਨ ਫਿਰ ਵੀ ਉਹ ਸੇਲ ਜ਼ਰੂਰ ਹੋ ਜਾਂਦੀ ਲੇਕਿਨ ਇਹਦਾ ਪ੍ਰੋਬਲਮ ਇਹ ਹੈ ਕਿ ਇਹ ਅਗਰ ਇਹਦਾ ਕਾਸਟ ਜ਼ਿਆਦਾ ਹੋ ਜਾਵੇ ਜੀ ਤੇ ਫਿਰ ਇਹਦੀ ਸੇਲ ਨਹੀਂ ਹੁੰਦੀ ਹਾਂ ਕਾਸਟ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਹਾਂਜੀ ਕਿਹੜੇ ਜਗ੍ਹਾ ਤੇ ਕਿਤਨੀ ਹੋ ਗਈ ਅੱਛਾ ਤੁਹਾਨੂੰ 10 ਸਾਲ ਹੋ ਗਏ ਤਜਰਬੇ ਦੇ ਹਾਂ ਵਿੱਚ 10 ਤੋਂ ਵੀ ਜ਼ਿਆਦਾ ਹੋ ਤੇ ਤੁਸੀਂ ਫਿਰ ਇੰਨਾ ਤਾਂ ਦੱਸ ਸਕਦੇ ਆ ਕਿ ਅਗਰ ਇਹਨੂੰ ਇਹਦੇ ਚੋਂ ਜ਼ਿਆਦਾ ਤੋਂ ਜ਼ਿਆਦਾ ਕਮਾਇਆ ਜਾਵੇ ਤੇ ਕਿੰਨਾ ਕਮਾ ਸਕਦੇ ਆ ਅਗਰ ਜੇ ਸਹੀ ਰੇਟ ਇਹਦਾ ਲੱਗ ਜਾਵੇ ਅੱਗੋਂ ਗਾਹਕ ਸਹੀ ਮਿਲ ਜਾਵੇ ਹਾਂ ਇਹ ਤਕਰੀਬਨ 5 ਲੱਖ 6 ਲੱਖ ਤੱਕ ਕਿੱਲਾ ਹੋ ਜਾਂਦਾ ਕਿੱਲਾ ਹੋ ਜਾਂਦਾ ਲੇਕਿਨ ਇਹਦਾ ਫਿਰ ਦੂਸਰਾ ਨੁਕਸਾਨ ਵੀ ਹੈ ਨਾ ਹਾਂਜੀ ਦੂਸਰਾ ਨੁਕਸਾਨ ਹੈ ਕਿ ਇਹ ਹੁਣ ਅਸੀਂ ਬੀਜਿਆ ਸੀ ਜਦੋਂ ਆਲੂ ਬੀਜੇ ਸੀ ਹਾਂਜੀ ਹਾਂਜੀ ਆਲੂਆਂ ਵਾਲੀ ਫਸਲ ਦਾ ਵੀ ਟਾਈਮ ਗਿਆ ਫਿਰ ਹੁਣ ਇਹ ਸਾਲ ਨਾਲ ਮੱਕੀ ਖਲੋਤੀ ਹਾਂ ਮੱਕੀ ਦਾ ਵੀ ਟਾਈਮ ਮੱਕੀ ਦਾ ਵੀ ਟਾਈਮ ਗਿਆ ਤੇ ਅੱਗੇ ਇਹਨੇ ਚੱਲਣਾ ਹੈ ਝੋਨੇ ਵਾਲਾ ਟਾਈਮ ਵੀ ਲੈਣਾ ਇਹਨੇ ਨਹੀਂ ਇਹ ਤਾਂ ਆ ਨੁਕਤਾ ਜੀ ਹਾਂ ਲੰਬੀ ਪੈਦਾ ਬੰਦਾ ਲੇਕਿਨ ਉਹ ਮੈਨੂੰ ਜਿਹੜਾ ਫਾਇਦਾ ਹੋ ਜਾਂਦਾ ਹੈ ਨਾ ਮੈਨੂੰ ਇਹ ਹੋ ਜਾਂਦਾ ਹੈ ਕਿ ਬਾਰ-ਬਾਰ ਨਾ ਫਸਲ ਨੂੰ ਉਹ ਗੱਡਣਾ ਨਹੀਂ ਪਾਉਂਦਾ ਉਹਨੂੰ ਚਾਮਣਾ ਨਹੀਂ ਪਾਉਂਦਾ ਇਹਨੂੰ ਹੀ ਖਾਦ ਦਿੱਤੀ ਰੱਖੀ ਤੇ ਤਿੰਨ ਫਸਲਾਂ ਲੈ ਲਈਆਂ ਦੀ ਤਿੰਨ ਫਸਲਾਂ ਨਹੀਂ ਜੇ ਤਾਂ ਇਹ ਤਿੰਨ ਫਸਲਾਂ ਦਾ ਖਾਤਾ ਕਰੇ ਪੂਰਾ ਜੀ
ਫਿਰ ਤਾਂ ਹੈ ਠੀਕ, ਫਿਰ ਤਾਂ ਕੋਈ ਮਸਲਾ ਨਹੀਂ ਰੇ ਉਹ ਉਦੋਂ ਹੁੰਦਾ ਹੈ ਜਦੋਂ ਰੇਟ ਲੱਗ ਜਾਵੇ। ਰੇਟ ਲੱਗ ਜਾਵੇ। ਰੇਟ ਲੱਗ ਜਾਵੇ ਨਾ ਫਿਰ ਉਹ 3 ਫਸਲਾਂ ਦਾ ਖਾਤਾ ਪੂਰਾ ਵੀ ਕਰ ਜਾਂਦਾ। ਨਹੀਂ ਆਲੂਆਂ ਤੋਂ ਤਾਂ ਇਹ ਚਲੋ ਚੰਗਾ ਰਹਿ ਜਾਊਗਾ ਇਸ ਟਾਈਮ। ਹਾਂ ਇਸ ਟਾਈਮ ਤੇ ਸ਼ਾਇਦ ਤੇ ਹਾਂ। ਪਰ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਆ ਕਿ 3 ਫਸਲਾਂ ਦੀ ਕਾਟ ਕਰਕੇ ਇਹਨੇ ਉਸ ਟਾਈਮ ਦੇ ਵਿੱਚ ਉਧਰੋਂ ਮੱਕੀ ਨਹੀਂ ਲੱਗ ਸਕਦੀ, ਆਲੂ ਨਹੀਂ ਲੱਗ ਸਕਦੇ, ਝੋਨਾ ਨਹੀਂ ਲੱਗ ਝੋਨਾ ਸਕਦਾ। ਨਹੀਂ ਲੱਗ ਸਕਦਾ। ਚਲੋ ਉਹਨੇ ਫਾਇਦਾ ਤੈਅ ਨੂੰ ਵੀ ਉਹ ਤਾਂ ਹੁਣ ਕਿਸੇ ਵੀ ਨਹੀਂ ਲਾਣੇ ਹਾਂ ਉਹ ਤਾਂ ਇਹ ਲਾ ਦਿੱਤਾ ਤਾਂ ਹੁਣ ਕਿਸੇ ਉਹ ਤਾਂ ਕਿਸੇ ਨੂੰ ਆਖੀਏ ਤਾਂ ਹੁਣ ਗਾਲ ਸਮਝਦੇ ਪਏ ਗਾਲ ਹਾਂਜੀ ਸਹੀ ਗੱਲ ਹੈ ਨਾ। ਇਹ ਆਲੂ ਵਾਲਿਆਂ ਨੇ ਤੁਹਾਨੂੰ ਦੱਸਿਆ ਨਹੀਂ, ਉਹਨਾਂ ਨੂੰ ਤਾਂ ਵੇਖ ਕੇ ਨਾ ਹੱਸੋ ਵੀ ਨਾ, ਬਹੁਤਾ ਵੇਖੋ ਹੀ ਨਾ ਉੱਧਰ ਬਿਲਕੁਲ ਹਾਂ ਸਹੀ ਜਿਹੜਾ ਇਸ ਟਾਈਮ ਤਕਲੀਫ ਚ ਆ ਵਿਚਾਰੇ। ਬਹਰਹਾਲ ਕੁਦਰਤ ਦਾ ਨਿਜ਼ਾਮ ਹੈ, ਜਿਹੜੀ ਫਸਲ ਘਾਟਾ ਦੇਵੇ ਪੂਰਾ ਵੀ ਉਹੀ ਕਰਦੀ ਹੈ। ਹਾਂ ਇਹ ਵੀ ਹੈਗਾ। ਹਾਂ ਨਹੀਂ ਸਾਡੇ ਬੰਦੇ ਆਖਦੇ ਨੇ ਆਲੂਆਂ ਦਾ ਘਾਟਾ ਆਲੂ ਪੂਰਾ ਕਰ ਆਲੂ ਪੂਰਾ ਕਰਦੇ ਨੇ। ਉਹ ਕੋਈ ਦੂਸਰੀ ਫਸਲ ਨਹੀਂ ਕਰ ਸਕਦੇ। ਰੂਟੀਨ ਵਾਲਾ ਜਿਹੜਾ ਜ਼ਿਮੀਂਦਾਰ ਹੈ ਉਹਨੇ ਆਲੂ ਛੱਡਿਆ ਨਹੀਂ। ਆਹ ਜਿਹੜੇ ਲੋਕ ਟਨਲ ਦਾ ਕਰਦੇ ਨੇ ਨਾ, ਉਹ ਸ਼ਿਮਲਾ ਦਾ ਕਰਦੇ ਨੇ, ਦੂਜੀ ਬਾਰਾਜ ਦਾ ਕਰਦੇ ਨੇ, ਉਹ ਕੀਤੀ ਜਾਂਦੇ। ਹਾਂ ਉਹ ਇਸ ਟਾਈਮ ਆਵਾਜ਼ ਆ ਰਹੀ, ਉਹ ਹੀ ਗਾਲੀ ਦੇ ਰਿਹਾ ਜਿਹੜਾ ਆਲਰੇਡੀ ਕਰ ਉਹਨੇ ਸਾਰੇ ਸਿਸਟਮ ਦਾ ਪਤਾ ਹੈ ਬਿੰਦ ਵਿੱਚ ਨੁਕਸਾਨ ਵੀ ਬੇਹੱਦ ਹੋ ਸਕਦਾ। ਵਾਹ ਵਾਹ ਵਾਹ। ਤੇ ਇਹਦੇ ਫਾਇਦਾ ਵੀ ਜਿੰਨਾ ਫਾਇਦਾ ਉਸ ਤੋਂ ਜ਼ਿਆਦਾ ਨੁਕਸਾਨ ਦੇ ਚਾਂਸ ਇਹਦੇ ਜ਼ਿਆਦਾ ਹੁੰਦੇ ਲੱਗਦੇ। 4-4 5-5 ਸਾਲ ਮੁੜ ਜਾਂਦਾ ਜ਼ਿਮੀਦਾਰ ਇਹਦਾ, ਲੇਕਿਨ ਉਹ ਛੱਡਦਾ ਨਹੀਂ। ਸਾਡਾ ਜਿਹੜਾ ਵਿੱਚ ਫਰਲੂ ਵੜ ਜਾਂਦਾ ਜ਼ਿਮੀਦਾਰ, ਹੁਣ ਕੋਈ ਰੋਂਦਾ ਪਿੜਦਾ ਪਿਆ ਹੈ। ਉਹੀ ਰੋਂਦਾ ਜਿਹੜਾ ਕਹਿੰਦੇ ਸ਼ਾਰਟਕਟ ਸ਼ਾਰਟਕਟ ਮਾਰ ਕੇ ਜਿਹਨੇ ਨਿਕਲ ਯਕਦਮ ਠੇਕੇ ਤਾਂ ਚੜਾ ਦੇਣੇ ਤੇ ਬਸ ਅਗਲਿਆਂ ਨੂੰ ਖਰਾਬ ਕਰਨਾ ਪੁਰਾਣਿਆਂ ਨੂੰ। ਇਹ ਗੱਲ ਵੀ ਠੀਕ ਹੈ। ਅੱਛਾ ਜੀ ਹੁਣ ਅਖੀਰ ਦੇ ਉੱਤੇ ਅਸੀਂ ਤੁਹਾਨੂੰ ਅਗਲੀ ਫਸਲ 'ਚ ਲੈ ਕੇ ਚੱਲਦੇ ਹਾਂ। ਤੇ ਪਰ ਇਹਦਾ ਨਿਚੋੜ ਮੈਂ ਇਹ ਕੱਢਿਆ ਵੀ ਇਹ ਕੋਈ ਬਹੁਤ ਵੱਡੀ ਫਸਲ ਨਹੀਂ। ਹਾਂ ਵੱਡੀ ਫਸਲ ਨਹੀਂ। ਨਹੀਂ ਨਹੀਂ ਇਹ ਜੀ ਇਹ ਤਾਂ ਇਹਦਾ ਤਾਂ ਮਕਸਦ ਇਹ ਵੀ ਜੇ ਵਿਕ ਗਿਆ ਤੇ ਇਹਦੇ ਰੰਗੀ ਫਸਲ ਕੋਈ ਨਾ ਵਿਕਿਆ ਫਿਰ ਆਲੂ ਤੋਂ ਬੈੜੀ। ਆਲੂ ਤੋਂ ਵੀ ਪੈਣਾ। ਚਲੋ ਜੀ ਹਜੇ ਤਾਂ ਇਹਨੇ ਫੁੱਲ ਚੱਕਿਆ। ਡਿਸਕਸ ਤੇ ਰੱਖੋ। ਜ਼ਿਆਦਾ ਤੁਸੀਂ ਇਹਨੂੰ ਨਾ ਕਿੱਲਿਆਂ ਦੀ ਤਾਦਾਦ ਵਧਾ ਨਹੀਂ ਸਕਦੇ। ਵਧਾ ਨਹੀਂ ਸਕਦੇ। ਨਹੀਂ ਠੀਕ ਹੈ ਜੀ। ਸਹੀ। ਅੱਛਾ ਜੀ ਹਜੇ ਤਾਂ ਕਹਿ ਲਓ ਵੀ ਫੁੱਲ ਚੱਕ ਰਿਹਾ ਹੈ। ਥੋੜੇ ਦਿਨਾਂ ਤੱਕ ਜਦੋਂ ਲੱਗੂਗਾ ਫਿਰ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਇਹ ਵੇਖਣ 'ਚ ਕਿੱਦਾਂ ਦਾ ਹੁੰਦਾ। ਤੇ ਹੁਣ ਚੱਲਦੇ ਹਾਂ ਆਪਾਂ ਅਗਲੀ ਫਸਲ ਦੇ ਵਿੱਚ। ਆ ਜਾਓ ਜੀ। ਹਾਜੀ ਸਾਹਿਬ ਅਸੀਂ ਆ ਗਏ ਹਾਂ ਅਗਲੀ ਫਸਲ ਦੇ ਵਿੱਚ। ਬਈ ਇਹ ਦੱਸੋ ਮਾਸ਼ਾਅੱਲਾ ਕਿੱਡੇ ਸੋਹਣੇ ਲੱਗ ਰਹੇ ਤੁਸੀਂ ਵੇਖ ਰਹੇ ਆ ਇਸ ਟਾਈਮ ਆ ਚਿੱਟੇ ਫੁੱਲ। ਪਛਾਣ ਚ ਆਈ ਕੋਈ ਫਸਲ ਤੁਹਾਡੇ ਕਿ ਨਹੀਂ? ਪੁੱਛਦੇ ਹਾਂ ਹਾਜੀ ਸਾਹਿਬ ਨੂੰ। ਹਾਜੀ ਸਾਹਿਬ ਦੱਸਿਓ ਜੀ। ਹਾਂਜੀ ਇਹ ਦੇਸੀ ਕੱਦੂ ਹੈ ਜੀ ਆਪਣਾ, ਦੇਸੀ ਜਿਹੜਾ ਕੱਦੂ। ਰਵਾਇਤੀ ਆਪਾਂ ਲਾਉਂਦੇ ਹਾਂ। ਅੱਛਾ ਮਾਸ਼ਾਅੱਲਾ ਇਹ ਲੱਗਾ ਹੈ ਚਾਚਾ ਕੱਦੂ ਤਾਂ ਹੁਣ? ਹਾਂਜੀ ਹਾਂਜੀ ਕੱਦੂ। ਹਾਂ ਕੱਦੂ ਬਣ ਰਹੇ ਆ, ਆਮ ਬਣ ਰਹੇ। ਕੱਦੂ ਦੀ ਮਾਸ਼ਾਅੱਲਾ ਬਹੁਤ ਸੋਹਣੀ ਫਸਲ ਖੜੀ। ਇਹ ਕਦੋਂ ਲਾਇਆ ਜੀ ਤੇ ਇਹ ਕਦੋਂ? ਇਹ ਵੀ 12ਵੇਂ ਮਹੀਨੇ ਹੀ ਲਾਇਆ ਜੀ। ਇਹ ਵੀ 12ਵੇਂ ਮਹੀਨੇ ਚ ਲਾਇਆ। ਤੇ ਇਹਨੂੰ ਛਾਪਰ ਦੇ ਥੱਲੇ ਲਾਇਆ। ਹਾਂਜੀ ਛਾਪਰ ਥੱਲੇ। ਇਹਦਾ ਛਾਪਰ ਲਾਇਆ ਕਿੰਨਾ ਟਾਈਮ ਹੋਇਆ? ਇਹਨੂੰ ਤਕਰੀਬਨ 20 ਦਿਨ ਹੋ ਗਏ। 20 ਦਿਨ ਹੋ ਗਏ ਛਾਪਰ ਲਾਇਆ ਨੂੰ। ਆ ਜਿਵੇਂ ਹੁਣ ਆ ਕੱਦੂ ਮਾਸ਼ਾਅੱਲਾ ਬਣ ਰਿਹਾ ਜੀ। ਹਾਂਜੀ ਬਣ ਰਿਹਾ। ਅੱਛਾ ਛਾਪਰ ਦੇ ਥੱਲੇ ਲਾਇਆ ਸੀ ਜੀ। ਹਾਂਜੀ ਤੇ ਇਹ ਛਾਪਰ ਦੇ ਥੱਲੇ ਹੀ ਫੁੱਲ ਚੱਕ ਲੈਣੇ ਕਿ ਜਿੱਦਣ ਛਾਪਰ ਲਾਇਆ ਨਹੀਂ ਕੁਦੋਂ ਛਾਪਰ ਤੋਂ ਬਾਅਦ ਹੀ ਫੁੱਲ ਚੁੱਕੇ ਸੀ। ਬਾਅਦ 'ਚ ਚੱਕਿਆ ਫੁੱਲ? ਤੋੜਿਆ ਛਾਪਰ। ਇਹ ਤਾਂ ਫਿਰ ਅਗੇਤਰੇ ਚ ਆ ਗਿਆ ਨਾ, ਛਾਪਰ ਥੱਲੇ ਲਾਇਆ ਤੁਸੀਂ। ਹਾਂਜੀ ਅਗੇਤਰੇ ਚ ਹੀ ਆ ਗਿਆ। ਆਮ ਤੋਂ ਹੋਣ ਲੱਗ ਸੀ ਨਾ ਫਸਲ ਜਿਹੜੀ ਲੱਗਣੀ ਜੀ। ਅੱਛਾ ਅੱਛਾ ਹੁਣ ਉਹ ਹਾਂਜੀ ਲੱਗ ਰਹੀ ਹੈ ਹੁਣ। ਹਾਂਜੀ ਹੁਣ ਲੱਗ ਰਹੀ ਮੈਂ ਵੀ ਲਾਏ ਚੁੱਪੇ। ਜੀ ਹਾਂ। ਹਾਂਜੀ ਉਹ ਕੋਈ ਘਰ ਵਾਸਤੇ ਮੈਂ ਵੀ ਲਾ, ਜਿਹੜੇ ਦੇਸੀ ਲੱਗ ਰਿਹਾ ਨਾ ਕੱਦੂ ਘਰ ਵਾਸਤੇ ਵੀ ਟਾਈਮ ਦੇ, ਉਹ ਹੁਣ ਲੱਗ ਰਹੇ ਜੇ ਕਿਸੇ ਨੇ ਲਾਣੇ ਹੋਣ ਤਾਂ ਤੁਸੀਂ ਲਾ ਸਕਦੇ ਆ। ਤੇ ਜਿਹੜੇ ਅਗੇਤਰੇ ਸੀਗੇ ਉਹ ਆ ਤੁਹਾਨੂੰ ਅਸੀਂ ਵਿਖਾ ਰਹੇ ਆ। ਤੇ ਇਹ ਜਨਾਬ ਇਹਦਾ ਕਹਿ ਲਓ ਵੀ ਕਿੰਨਾ ਕੁ ਫਰਕ ਹੈ ਇਹਦੇ 'ਚ ਖਰਚੇ ਦਾ? ਇਹਦਾ ਖਰਚਾ ਹੈ ਜੀ ਵੀ ਇਹ ਬੀਜ ਜਿਹੜਾ ਹੈ 13-14 ਹਜ਼ਾਰ ਦਾ ਬੀਜ ਹੁੰਦਾ ਏਕੜ ਦਾ। ਕਿੱਲੇ ਦਾ? ਹਾਂਜੀ ਅੱਛਾ ਅੱਛਾ। ਤੇ ਛਾਪਰ ਦਾ ਖਰਚਾ ਇਹਦਾ ਜ਼ਿਆਦਾ ਫालतू ਆ ਜਾਂਦਾ ਫਿਰ ਅੱਜ ਕੱਲ੍ਹ ਦੀ ਜਿਹੜੀ ਹੁਣ ਫਸਲ ਲੱਗਦੀ ਪਈ ਉਹਦੀ ਨਿਸਬਤ, ਲੇਕਿਨ ਇਹ ਅਰਲੀ ਹੈ। ਹਾਂਜੀ ਉਹਨੇ ਫਿਰ ਉਹਨਾਂ ਆ ਰੇਟ ਦੇ ਚਾਂਸ ਹੈ ਜੀ। ਉਹਨਾਂ ਪਹਿਲਾਂ ਆ ਜਾਣਾ ਇਹਨੇ। ਜੀ ਹਾਂ। ਤੇ ਇਹ ਅੱਲਾ ਖਿਆਲ ਰੱਖੇ ਕਹਿ ਲਓ ਵੀ ਇਹਦੀ ਕਿੰਨੇ? ਹੁਣ ਤੁੜਾਈ ਇਸੇ ਹਫਤੇ ਸ਼ੁਰੂ ਹੋ ਜਾਸੀ। ਹਾਂ ਇਸ ਹਫਤੇ ਸ਼ੁਰੂ ਹੋ ਜਾਊਗੀ। ਤੇ ਇਹਦੀ ਐਵਰੇਜ ਕਿੰਨੀ ਕਾ ਉਤਰਨ ਦੀ? ਇਹ ਤਕਰੀਬਨ ਅਸੀਂ ਛਾਪਰਾਂ 'ਚ ਤੋੜਨੇ ਆ ਜੀ। ਹੂੰ ਇੱਕ ਨਾਗੇ ਤੇ 100 ਛਾਪਰ 150-200 ਛਾਪਰ ਤੱਕ ਵੀ ਚਲਾ ਜਾਂਦਾ ਹੈ। ਮਾਸ਼ਾਅੱਲਾ। ਇਹ ਪਿਛਲੇ ਪਾਸੇ ਵੀ ਦਿਖਾਓ ਜੀ ਇਹਦਾ ਇਦਾਂ ਹਾਂ ਨਹੀਂ ਫਸਲ ਮਾਸ਼ਾਅੱਲਾ ਸਾਰੀ ਸੋਹਣੀ। ਸੋਹਣੀ ਫਸਲ, ਸਾਫ ਸੁਥਰੀ ਫਸਲ। ਪਰ ਮਨ ਤੇ 3000 ਛਾਪਰ ਦੇ ਜਾਂਦਾ ਜੀ। ਅੱਛਾ ਜੀ। ਤੇ ਇਹ ਕਿੰਨੇ ਲੰਬਾ ਕਿੰਨਾ ਚੱਲਦੀ ਇਹ? ਕਦੋਂ ਤੱਕ ਚੱਲਣੀ ਹੈ? 12ਵੇਂ ਚ ਲੱਗਾ, ਹੁਣ ਛਾਪਰ ਉਤਰਿਆ 10 ਮਾਰਚ ਨੂੰ। ਇਹ ਤਕਰੀਬਨ ਐਂਡ ਜੂਨ ਤੱਕ ਚਲਾ ਜਾਸੀ ਜੀ। ਜੂਨ ਤੱਕ ਜਾ ਕੇ? ਹਾਂਜੀ। ਅੱਛਾ ਹਾਈ ਸਾਹਿਬ ਜਿਹੜਾ ਅਸੀਂ ਲਾ ਰਹੇ ਹਾਂ ਹੁਣ ਖੁੱਲਾ ਲਾ ਰਹੇ ਹਾਂ ਬਗੈਰ ਛਾਪਰ ਤੋਂ, ਹੁਣ ਮੌਸਮੀ ਲਾ ਰਹੇ ਹਾਂ, ਉਹ ਵੀ ਉੱਥੇ ਤੱਕ ਹੀ ਜਾਣਾ ਨਾ? ਨਹੀਂ ਉਹ ਲੰਬਾ ਜਾਸੀ ਜੇ ਅਗਰ ਉਹਨੂੰ ਵਾਇਰਸ ਦਾ ਪ੍ਰੋਬਲਮ ਨਾ ਹੋਵੇ। ਅੱਛਾ ਉਹ ਆਪਣੇ ਕੋਲ ਆ ਕੇ ਵਾਇਰਸ ਆ ਜਾਂਦਾ ਹੈ ਵਾਇਰਸ ਆ ਜਾਂਦਾ। ਠੀਕ। ਮੌਸਮ ਦੀ ਹੀਟ ਦੀ ਵਜ੍ਹਾ ਤੋਂ। ਤੇ ਇਹ ਕਈ ਸਾਲ ਜੀ ਇਦਾਂ ਵਿੱਚੋਂ ਇਸ ਤਰ੍ਹਾਂ ਹੋਇਆ ਕਿ ਇਸ ਕੱਦੂ ਦਾ ਬੜਾ ਰੇਟ ਵੀ ਰਿਹਾ? ਹਾਂਜੀ ਬੜਾ ਰੇਟ ਰਿਹਾ ਜੀ। ਹਾਂਜੀ ਹੁਣ ਵੀ ਰੇਟ ਕਾਫੀ ਖੜਾ ਜੀ। 100 ਪਲੱਸ ਹੈ ਕਿਲੋ।
ਅੱਛਾ 100 ਰੁਪਏ ਪਲੱਸ ਮਾਸ਼ਾਅੱਲਾ 100 ਤੋਂ ਉੱਤੇ ਸੇਰ ਆ ਹਾਂਜੀ 1 ਕਿਲੋ 100 ਤੋਂ ਉੱਤੇ ਆ। ਹਾਂਜੀ ਨਹੀਂ, ਬਹੁਤ ਸੋਹਣਾ ਰੇਟ ਆ ਫਿਰ ਮਾਸ਼ਾਅੱਲਾ। ਅੱਛਾ ਨਾ ਜੀ, ਇਦਾਂ ਹੀ ਥੋੜਾ ਜਿਹਾ ਅੱਗੇ ਆਨੇ ਆ। ਇੱਥੇ ਤਾਂ ਲੱਗਾ ਨਾ, ਤੁਸੀਂ ਦੇਖ ਰਹੇ ਹੋ ਦੋਵੇਂ ਪਾਸੇ ਕੱਦੂ ਲੱਗਾ, ਅਗਲੇ ਪਾਸੇ ਅਗਲੀ ਸਾਈਡ ਤੇ ਪੇਠਾ ਚਪਣੀ ਪੇਠਾ ਚਪਣੀ ਪੇਠਾ। ਘਰੇਲੂ ਇਸਤੇਮਾਲ ਵਾਸਤੇ ਜਿਹੜਾ ਹੁੰਦਾ। ਬਸ ਇੱਕ ਸਾਈਡ ਤੇ ਦੇਸੀ ਕੱਦੂ ਤੇ ਇੱਕ ਸਾਈਡ ਤੇ ਚਪਣੀ ਹੈ। ਚਪਣੀ ਪੇਠਾ ਵਾਹ ਉਹ ਵੀ ਦੇਖ ਰਹੇ। ਅੱਛਾ, ਇਹਦੇ ਵਿੱਚ ਜੀ ਆਹ ਕੱਦੂ ਦੇ ਵਿੱਚ ਪੌਦੇ ਆ ਇਹ ਬੈਂਗਣ ਲਾ ਦਿੱਤਾ ਜੀ। ਬਤਾਉ ਲਾ ਤੁਹਾਨੂੰ ਜ਼ਹਿਰੀ ਗੱਲ ਮਹਿੰਗਾਈ ਨਹੀਂ ਕਿ 4 5 ਫਸਲਾਂ ਲਾਇਆ ਕੋਈ ਗੁਜ਼ਾਰਾ ਬਣਨਾ ਜੀ। ਹਾਂ ਵਿੱਚ ਬਤਾਉ ਲੱਗਾ, ਮਾਸ਼ਾਅੱਲਾ ਦੋਵੇਂ ਪਾਸੇ ਲੱਗਾ ਨਾ। ਹਾਂ। ਆ ਦਿਖਾਓ ਨਾ ਅਗਰ ਸਾਡਾ ਜ਼ਿਮੀਦਾਰ ਭਾਈ ਖਾਦ ਨੂੰ ਛੱਡ ਦੇਵੇ ਨਾ, ਅਸੀਂ ਰੂੜੀ ਪਾਈ ਵਿੱਚ ਹੁਣ ਆ ਕੇ ਰੂੜੀ ਪਾਈ ਜਿਹਨੂੰ 10 15 ਦਿਨ ਹੋ ਗਏ ਖਾਲੀ ਦੇ ਵਿੱਚ ਪਾਈ ਖਾਲੀ ਚ ਪਾਈ ਨਹੀਂ ਆ ਵੇਖੋ ਨਾ ਰੂੜੀ ਥੱਲੇ ਪਈ ਹੈ ਤੇ ਕੀ ਇਹਦਾ ਫਰਕ ਦਿਖਿਆ ਅਸਲ ਇਹਦਾ ਫਰਕ ਇਹ ਵੀ ਹੁਣ ਅਸੀਂ ਜਿੱਥੇ ਨੂੰ 2 ਡੀਏਪੀ ਪਾਣੀ ਹਨ ਉੱਥੇ ਸਿਰਫ ਅੱਧੀ ਡੀਏਪੀ ਪਾਈ ਹੈ। ਵਾਹ ਵਾਹ, ਆ ਜਿਹੜੀ ਨਾ ਸਿਆਣੀ ਗੱਲ ਆ ਸਨੇਹਾ ਹਾਂ ਵੀ ਖਾਦ ਤੋਂ ਬਚੋ। ਖਾਦ ਤੋਂ ਤੁਸੀਂ ਬਜਾਏ ਸਾਰੇ ਏਕੜ ਦੇ ਪਾਉਣ ਦੇ ਨਾ ਰੂੜੀ ਤੁਸੀਂ ਲੈਣਾ ਚ ਹੀ ਪਾ ਲਓ। ਹਾਂ ਇਹ ਲੈਣਾ ਚ ਅਸੀਂ ਹੁਣ ਪਾਈਏ ਤਕਰੀਬਨ ਇੱਕ ਬੰਦਾ 1 ਏਕੜ ਨੂੰ ਪਾ ਜਾਂਦਾ ਇੱਕ ਦਿਨ ਦੇ ਵਿੱਚ ਆਰਾਮ ਨਾਲ ਪਾ ਜਾਂਦਾ ਜੀ ਇਹ ਤਾਂ ਤੇ ਵੱਧ ਤੋਂ ਵੱਧ ਖਰਚਾ 1500 ਰੁਪਈਆ ਹੈ ਪਰ ਏਕੜ ਦਾ। ਲਓ ਜੀ, ਆ ਕੈਸੀ ਗੱਲ ਦੱਸੀ ਵੀ ਇਹ ਜਿਹੜਾ ਵਿੱਚ ਪਟੜਾ ਨਾ, ਇਹ ਖਾਲੀ ਤੁਹਾਡਾ ਪਿਆ ਫालतू ਪਿਆ ਰਵੇ ਇਹ ਤੇ ਨਹੀਂ ਪਾਣੀ ਤੁਸੀਂ, ਆ ਵਿੱਚ ਟੋਕਰੀ ਟੋਕਰੀ ਸਿੱਟਣੀ ਸੁੱਟ ਦੇਣੀ ਹੈ। ਖਿਲਾਰ ਕੇ। ਹਾਂਜੀ ਔਰ 3 ਮਹੀਨੇ 4 ਮਹੀਨੇ ਤੁਹਾਨੂੰ ਇਹਨੇ ਹਾਂਜੀ ਫਾਇਦਾ ਦਿੱਤੀ ਰੱਖਣਾ। ਦੇਣਾ ਨੇ ਅੱਛਾ ਜੀ, ਅਸੀਂ ਹੁਣ ਤੁਹਾਨੂੰ ਵਿਖਾਣੇ ਅੱਗੇ। ਆਮ ਤੋਂ ਪਰਲੀ ਸਾਈਡ ਤੇ ਅੱਛਾ ਜੀ, ਇੱਥੇ ਆ ਗਏ। ਅੱਛਾ ਜੀ, ਹੁਣ ਅਸੀਂ ਆ ਗਏ ਹਾਂ ਕਹਿ ਲਓ ਵੀ ਤੀਸਰੀ ਫਸਲ ਦੇ ਵਿੱਚ। ਤੇ ਆ ਪੱਤਾ ਦਿਖਾਓ ਜੀ ਇਹਦਾ, ਜਿਵੇਂ ਚੀਤਾ ਨਹੀਂ ਹੁੰਦਾ, ਹਾਂਜੀ ਹਾਂਜੀ ਉਹ ਚੀਤੇ ਵਾਲਾ ਰੰਗ ਆ। ਇਹ ਕੋਈ ਖਰਾਬੀ ਨਹੀਂ ਹੈ, ਪੱਤਾ ਹੀ ਇਵੇਂ ਆ। ਇਹ ਆਂ ਕੁਦਰਤੀ ਹੁੰਦਾ ਪੱਤੇ ਦਾ ਹਾਂ, ਰੰਗ। ਇਹ ਪਛਾਣ ਹੀ ਇਹੀ ਹੈ ਇਸ ਪੱਤੇ ਦੀ, ਇਸ ਫਸਲ ਦੀ। ਇਹਨੂੰ ਕੀ ਕਹਿੰਦੇ ਜੀ, ਚਪਣੀ ਕੱਦੂ? ਚਪਣੀ ਕੱਦੂ ਜੀ। ਹਾਂ, ਇਹਦੀ ਕੀ ਖਾਸੀਅਤ ਹੈ ਭਲਾ? ਇਹ ਆਮ ਮੰਡੀ ਦੇ ਵਿੱਚ ਮਕਸਦ ਸਬਜ਼ੀ ਦੇ ਵਿੱਚ ਇਸਤੇਮਾਲ ਹੁੰਦਾ ਤੇ ਇਹਨੂੰ ਹਰ ਮੰਡੀ ਦੇ ਵਿੱਚ ਅਸੀਂ ਸੇਲ ਕਰ ਸਕਨੇ ਹਾਂ। ਆ ਤੁਸੀਂ ਜਿਹੜਾ ਪਿੱਛੇ ਦੇਖ ਰਹੇ ਆ ਨਾ, ਇਹ ਸਾਰਾ ਚਪਣੀ ਕੱਦੂ ਲੱਗਾ ਵਿੱਚ, ਕਿਤੇ ਕਿਤੇ ਇੱਕ ਲੈਣ ਦੂਏ ਕੱਦੂ, ਦੇਸੀ ਕੱਦੂ ਦੀ। ਤੇ ਇਹ ਤਾਂ ਉਹ ਆ ਜਿਹੜਾ ਆਪਣਾ ਘਰ ਸਾਲਣ ਬਣਦਾ, ਸਬਜ਼ੀ ਪੱਕਦੀ। ਹਾਂਜੀ ਹਾਂਜੀ ਠੀਕ ਹੈ, ਇਹ ਸਬਜ਼ੀ ਦੇ ਵਰਤਾਰੇ ਚ ਆਉਂਦਾ। ਸਬਜ਼ੀ ਵਰਤਾਰੇ। ਤੇ ਇਹਦਾ ਵੀ ਉਂਝ ਸਾਈਜ਼ ਇਹ ਆ ਵੀ ਵੱਡਾ ਛੋਟਾ ਹੋ ਜਾਂਦਾ। ਹਾਂਜੀ, ਇਹਦਾ ਸਾਈਜ਼ ਅਸੀਂ ਤੋੜ ਲੈਂਦੇ ਹਾਂ 3 ਕਿਲੋ ਤੋਂ ਲੈ ਕੇ 10 ਕਿਲੋ ਤੱਕ, ਜਿੱਥੇ ਮਰਜ਼ੀ ਤੋੜ ਲਈਏ। ਅੱਛਾ, 10-10 ਕਿਲੋ ਤੱਕ ਵੀ ਜਾਂਦਾ। ਹਾਂਜੀ। ਤੇ ਇਹਨੂੰ ਤਾਂ ਵੇਚਣਾ ਔਖਾ ਕੋਈ ਨਹੀਂ। ਨਹੀਂ ਇਹਨੂੰ ਇਹਦੀ ਮੰਡੀ ਤਾਰ ਮੰਡੀ ਦੇ ਵਿੱਚ ਦੀ ਗੱਲ। ਤੇ ਇਹ ਹਾਈ ਸਾਹਿਬ ਤੁਸੀਂ ਪਹਿਲਾਂ ਲਾਇਆ ਇਹ? ਹਾਂਜੀ ਪਹਿਲੇ ਲਾਇਆ। ਇਹਦਾ ਕਿੰਨਾ ਕਿ ਕਹਿ ਲਓ ਵੀ ਆਮਦਨ ਦਾ ਹਿਸਾਬ ਦਾ ਕਿੰਨੀ? ਮੈਂ 2000 ਤਕਰੀਬਨ ਨਾ ਜੀ 21 ਚ ਲਾਇਆ ਇਹਨੂੰ ਪਹਿਲੇ। ਅੱਛਾ, ਇਹ ਤਕਰੀਬਨ ਉਸ ਵਕਤ 3.5 ਤੋਂ ਪੌਣੇ 4 ਲੱਖ ਤੱਕ ਹੋ ਗਿਆ ਪਾਲੇ। ਮਾਸ਼ਾਅੱਲਾ, ਠੀਕ ਹੈ। ਤੇ ਇਹ ਵੀ ਉੱਥੇ ਜੂਨ ਜੁਲਾਈ ਤੱਕ ਚਲਾ ਜਾਓ? ਹਾਂਜੀ ਹਾਂਜੀ, ਇਹ ਉਸ ਤੋਂ ਪਿੱਛੇ ਜਾਸੀ ਲੇਟ ਤੱਕ ਚਲਾ ਗਿਆ। ਲੇਟ ਤੱਕ ਜਾਊਗਾ। ਲੱਗਾ ਇਹ ਵੀ ਦਸੰਬਰ ਜੀ? ਦਸੰਬਰ ਇਕੱਠਾ ਹੀ ਲੱਗਾ ਜੀ। ਤੇ ਛਾਪਰ ਥੱਲੇ ਲੱਗਾ? ਛਾਪਰ ਥੱਲੇ ਲੱਗਾ। ਸਹੀ। ਤੇ ਇਹਨੂੰ ਵੀ ਰੂੜੀ ਪਾਈ ਆ? ਹਾਂ, ਸਾਰੀ ਰੂੜੀ ਸਾਰੀ ਨੂੰ ਪਾਈ। ਰੂੜੀ ਪਈ ਹੈ ਜੀ, ਆਵੇ ਖਰੂੜੀ ਨਜ਼ਰ ਆ ਰਹੀ ਪਈ। ਦੇਖੋ ਜੀ, ਇਹ ਤੁਸੀਂ ਹੁਣ ਆਪੇ ਇਨਸਾਫ ਕਰ ਲਓ ਕਿ ਤੁਸੀਂ ਵੇਲਾਂ ਦੀ ਸਿਹਤ ਵੇਖ ਲਓ। ਹਾਂਜੀ ਕਿ ਹਾਜੀ ਸਾਹਿਬ ਕਹਿ ਰਹੇ ਆ ਵੀ ਮੈਂ ਇਹਨਾਂ ਨੂੰ ਟੋਕਰੀਆਂ ਨਾਲ ਇਦਾਂ ਖਾਲੀਆਂ ਦੇ ਵਿੱਚ ਰੂੜੀ ਪਾਈ ਆ। ਹਾਂਜੀ, ਇਸ ਪਾਸੋਂ ਵੀ ਫਸਲ ਦਿਖਾ ਦਿਓ ਸਾਰੀ, ਤੇ ਆ ਮਗਰਲੇ ਪਾਸੇ ਤੋੜ ਤੱਕ ਦਿਖਾ ਦਿਓ। ਤੇ ਕਿੱਦਾਂ ਮਾਸ਼ਾਅੱਲਾ ਚਮਕ ਰਹੀ ਹੈ ਫਸਲ। ਹਾਂਜੀ ਸਾਫ ਸੁਥਰੀ ਫਸਲ ਆ। ਤੇ ਉਹ ਕਹਿੰਦੇ ਵੀ ਬਚੋ ਖਾਦ ਤੋਂ। ਖਾਦ ਜਿਹੜੀ ਹੈ ਨਾ ਉਹ ਬਿਮਾਰੀਆਂ। 2 एकड़ में एक बोरी सिर्फ डीएपी ਦੀ ਪਾਈ ਹੈ। ਨਹੀਂ ਜੀ, ਆ ਤੁਸੀਂ ਬੜਾ ਤੇ ਸੁਨੇਹਾ ਬਾਕੀ ਦਿੱਤਾ। ਸਾਰੀ ਨੂੰ ਨਹੀਂ 10 ਆ ਬੜਾ ਸੁਨੇਹਾ ਵੀ ਟੋਕਰੀਆਂ ਨਾਲ ਤੁਸੀਂ ਖਾਲੀਆਂ ਜੀ ਪਾ ਲਓ, ਸਾਰੇ ਨਹੀਂ ਖਿਲਾਰ ਸਕਦੇ। ਦੇਖੋ ਜੀ, ਤੁਸੀਂ ਹੁਣ ਐਤਕੀ ਤੁਸੀਂ ਹਿੰਮਤ ਕਰਕੇ ਉਹਨੂੰ ਘਟਾਇਆ ਖਾਦ ਨੂੰ। ਬਿਲਕੁਲ ਜੀ, ਹੌਲੀ ਹੌਲੀ ਆਪਾਂ ਉਹ ਤੋਂ ਜਾਨ ਛਡਾ ਜਾਨ ਸਕਦੇ ਛਡਾ ਸਕਦੇ ਹਾਂ। ਦੇਖੋ ਜੀ, ਇੰਨੀ ਥੋੜੀ ਖਾਦ ਦੇ ਵਿੱਚ ਐਡੀ ਸੋਹਣੀ ਫਸਲ ਖਲੋ ਸਕਦੀ ਹੈ। ਤੇ ਜੇ ਹਿੰਮਤ ਕਰੀਏ ਤੇ ਆਪਾਂ ਖਾਦਾਂ ਤੋਂ ਜਾਨ ਛਡਾ ਸਕਦੇ ਛਡਾ ਸਕਦੇ ਬਈ ਸਕਦੇ। ਹਾਂਜੀ, ਇਹ ਹਾਈ ਸਾਹਿਬ ਤੁਹਾਡਾ ਅੱਜ ਦਾ ਸਾਰਿਆਂ ਤੋਂ ਵੱਡਾ ਤੁਹਾਡਾ ਜਿਹੜਾ ਸੁਨੇਹਾ ਨਾ ਇਹੀ ਹੈ ਵੀ ਤੁਸੀਂ ਸਾਡੀ ਜਾਨ ਜਿਹੜੀ ਆ ਖਾਦ ਤੋਂ ਛਡਾ ਕੇ, ਤੇ ਆ ਜਿਹੜਾ ਸੌਖਾ ਕੰਮ ਦੱਸਿਆ ਇਹਦੇ ਤੇ ਅਮਲ ਹੋਣਾ ਚਾਹੀਦਾ। ਅੱਛਾ, ਇਹਨੂੰ ਹਜੇ ਫਲ ਨਹੀਂ ਆਇਆ? ਹਾਂ, ਇਹਦਾ ਫਲ ਤਕਰੀਬਨ 15 ਦਿਨਾਂ ਤੋਂ ਬਾਅਦ ਉਸ ਨੂੰ ਫੁੱਲ ਆ ਰਿਹਾ। ਫੁੱਲ ਤੇ ਆ ਗਿਆ। ਫੁੱਲ ਆ ਰਿਹਾ ਜੀ ਪੇਠੇ ਨੂੰ? ਫੁੱਲ ਤੇ ਆ ਗਿਆ। ਤੇ ਫੁੱਲ ਆ ਰਿਹਾ ਪੇਠੋਂ। ਅੱਜ ਤੁਹਾਨੂੰ ਅਸੀਂ ਦੋਵੇਂ ਪੇਠੇ ਦਿਖਾਤੇ, ਸਬਜ਼ੀ ਵਾਲਾ ਪੇਠਾ ਵੀ ਦਿਖਾਤਾ ਤੇ ਬਰਫੀ ਵਾਲਾ ਵੀ ਦਿਖਾਤਾ। ਹਾਂਜੀ ਹਾਂਜੀ, ਹਾਂ, ਗੱਲ ਇਹ ਹੈ। ਕੀ ਬਾਤ ਹੈ ਜੀ। ਤੇ ਕੱਦੂ ਤਾਂ ਮੁਰੱਬੇ ਵਾਲਾ ਤੇ ਕੱਦੂ ਤਾਂ ਮਾਸ਼ਾਅੱਲਾ ਹੁਣ ਉਤਰਨ ਲੱਗ ਗਿਆ, ਸਮਝੋ ਤਿਆਰ ਆ। ਹਾਂਜੀ, ਤੇ ਹੁਣ ਟਾਈਮ ਵੀ ਹੋ ਗਿਆ ਜੀ, ਖਾਸਾ ਰੋਜ਼ਾ ਖੁੱਲਣ ਦਾ ਟਾਈਮ ਆ। ਤੇ ਹਾਜੀ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਖਸੂਸੀ ਤੁਸੀਂ ਟਾਈਮ ਦਿੱਤਾ ਜੀ। अस्सलाम वालेकुम जी। ਅਸੀਂ ਕੱਦੂ ਵਿਖਾ ਕੇ ਤੁਰੇ ਜਾਂਦੇ ਸੀ ਤੇ ਰਾਹ ਦੇ ਵਿੱਚ ਸਾਡਾ ਮੁਰੱਬਾ ਆਂਦਾ ਨਾ, ਤੇ ਸ਼ਾਹ ਸਰੋਇਆ ਸਾਹਿਬ ਫਿਰ ਰਹੇ ਸੀਗੇ ਤੇ ਆਪਦਾ ਮਿਰਚਾਂ ਦੇ ਵਿੱਚ। ਉਹਨਾਂ ਨੂੰ ਪੁੱਛਦੇ ਆਂ ਵੀ ਗੱਲ ਕਿੱਥੇ ਖੜੀ ਆ,
ਤੇ ਹੈ ਤਾਂ ਟਾਈਮ ਥੋੜਾ, ਹੁਣ ਅਫਤਾਰੀ ਦਾ ਟਾਈਮ ਹੋਇਆ। ਸੁਰਾ ਸਾਹਿਬ ਮਾੜਾ ਜਵਰਾਂ ਨੂੰ ਗਾਹਾਂ ਨੂੰ ਆਇਓ, ਫਸਲ ਨੂੰ ਗੇੜਾ ਮਾਰਨਾ ਹੈ ਜੀ। ਅਸਲਾਮ ਵਾਲੇਕੁਮ। ਹਾਂਜੀ ਸੁਣਾਓ ਜੀ ਸੁਰਾ ਸਾਹਿਬ ਕੀ ਹਾਲ ਆ? ਸ਼ਾਮ ਦਾ ਟਾਈਮ ਮੈਂ ਕਿਹਾ ਚੱਕਰ ਲਾਇਆ ਜੀ। ਹਾਂ ਨਹੀਂ ਚੰਗਾ। ਚੰਗਾ ਕੀਤਾ। ਫਸਲ ਨੂੰ ਤਾਂ ਜੀ ਸਵੇਰ ਸ਼ਾਮ ਗੇੜਾ ਵੱਜਣਾ ਚਾਹੀਦਾ। ਹਾਂਜੀ, ਹਾਂਜੀ। ਆ ਤੁਸੀਂ ਇਦਾਂ ਦਿਖਾਓ ਜੀ, ਮਾਸ਼ਾਅੱਲਾ ਸਾਰੀ ਮਿਰਚ ਇਦਾਂ ਹੀ ਖਲੋਤੀ ਹੈ। ਹਾਂਜੀ ਤੇ ਅਸੀਂ ਨਾ ਜੀ ਬੜੇ ਦਿਨਾਂ ਦੇ ਫੱਬ ਰਹੇ ਹਾਂ, ਸਾਨੂੰ ਇੱਕ ਤਾਂ ਟਾਈਮ ਦਿਓ ਜੀ, ਹੁਣ ਪੂਰੀ ਤਫਸੀਲ ਦੇ ਨਾਲ ਦੱਸਣਾ ਜੀ। ਦੇਖਣ ਵਾਲੇ ਕਹਿੰਦੇ ਆ ਜੀ ਤੁਸੀਂ ਦੱਸਿਆ ਹੀ ਨਹੀਂ ਮੁੜ ਕੇ ਮਿਰਚਾਂ ਦਾ। ਹੁਣ ਤਾਂ ਆਪਾਂ ਤਫਸੀਲ ਨਾਲ ਗੱਲ ਨਹੀਂ ਕਰ ਸਕਦੇ। ਆ ਟਾਈਮ ਥੋੜਾ ਹੁਣ ਹਾਂਜੀ, ਉਹ ਸਾਨੂੰ ਕਦੋਂ ਟਾਈਮ ਦਿਓਗੇ ਤੁਸੀਂ, ਕਿੰਨੇ ਕੁ ਦਿਨਾਂ ਤੱਕ? ਆ ਬਸ 2-4 ਦਿਨ ਤੱਕ ਇਹਦੀ ਤੜਾਈ ਅੱਗੇ ਕਰ ਲਈ ਸੀ ਇੱਕ। ਅੱਛਾ ਦੁਬਾਰਾ ਮਾਸ਼ਾਅੱਲਾ, ਹੁਣ ਸ਼ੁਰੂ ਹੋ ਜਾਣੀ, ਫਿਰ ਉਸ ਦਿਨ ਕਰ ਲਾਂਗੇ। ਠੀਕ ਹੈ। ਸ਼ਿਮਲਾ ਦੀ ਵੀ ਸ਼ੁਰੂ ਹੋ ਜਾਣੀ, ਇਹਦੀ ਵੀ ਸ਼ਿਮਲਾ ਦੀ ਵੀ ਅੱਗੇ ਕੀਤੀ ਮਾਸ਼ਾਅੱਲਾ ਕਾਫੀ। ਅੱਛਾ ਬਿਹਤਰ ਸੀਗੀ, ਹਾਂ ਠੀਕ ਹੈ। ਆ ਦਿਖਾਓ ਜੀ ਹੁਣ ਸ਼ਿਮਲਾ, ਵਾਹ ਜੀ ਵਾਹ, ਇਹ ਇਹ ਹਰੀ ਮਿਰਚ ਲੱਗੀ ਹੋਈ ਹਰੀ ਹੈ। ਮਿਰਚ ਆ ਜੀ, ਸਬਜ਼ ਸ਼ਿਮਲਾ ਮਿਰਚ। ਨਹੀਂ ਹੂੰ, ਹਰੀ ਆ ਜੀ। ਇਹ ਤਾਂ ਹਰੀ ਹੈ। ਹਾਂ ਹਾਂ। ਕੀ ਬਾਤ ਆ। ਮਾਸ਼ਾਅੱਲਾ। ਇਹ ਕੌੜੀ ਮਿਰਚ ਆ ਸ਼ਾਇਦ। ਇਹ ਕੌੜੀ ਮਿਰਚ ਆ। ਅੱਛਾ। ਇਸ ਤੋਂ ਵੀ ਕੌੜੀ ਜਿਹੜੀ ਪਰਲੇ ਪਾਸੇ ਲੱਗੀ ਆ ਨਾ, ਜਿਹੜਾ ਸਿੰਧ ਦੀ ਵੈਰਾਈਟੀ ਦੱਸਿਆ ਸੀ ਆਪਾਂ, ਹਾਂਜੀ ਹਾਂਜੀ ਹਾਂਜੀ। ਉਹ ਇਸ ਤੋਂ ਵੀ ਕੌੜੀ ਆ। ਅੱਛਾ ਉਹਦੀ ਸ਼ੇਪ ਵੀ ਥੋੜੀ ਬਰੀਕ ਆ ਹਾਂ। ਤੇ ਚੰਗੀ ਮਿਰਚ ਆ ਉਹ ਖਾਣ ਦੇ ਵਿੱਚ ਨਾ। ਹੂੰ, ਨਹੀਂ ਜੀ ਹੁਣ ਤਾਂ ਉੱਤੇ ਮਿਰਚਾਂ ਚਮਕ ਰਹੀਆਂ ਹੁਣ ਜਿੱਦਾਂ। ਆਇਆ ਬਸ ਇਹ। ਹਾਂ, ਜਿੱਦਾਂ ਫੁੱਲ ਚਮਕ ਰਹੇ ਆ ਨਾ, ਇਦਾਂ ਮਿਰਚਾਂ ਵੀ ਚਮਕ ਰਹੀਆਂ। ਹੂੰ। ਤੁਸੀਂ ਨਾ ਜੀ ਆ ਬੂਟੇ ਦੇ ਉੱਤੇ ਦਿਖਾਓ ਨਾ, ਇਹ ਆ ਮਿਰਚਾਂ ਉਤਲੇ ਆਪੇ ਹੀ ਲੱਗੀਆਂ ਦਿਖਦੀਆਂ ਦੂਰੋਂ। ਹਾਂ ਜਿੰਨੀ ਹੁਣ ਹੂੰ। ਫਲ ਚੱਕਿਆ ਖੜਿਆ ਜੀ। ਟਾਈਮ ਨਾ ਫਲ- ਫਿਰ ਹਾਂ ਟਾਈਮ ਆ ਫਲ ਦਾ। ਹੂੰ। ਹੁਣ ਮਾਸ਼ਾਅੱਲਾ ਬੜਾ ਸੋਹਣਾ ਫਲ ਚੱਕਿਆ। ਹੁਣ ਜਿਹੜਾ ਵਾਰਾ ਹੋਣਾ ਨਾ, ਇਹ ਆ ਵੇਖ ਲਓ ਮਾਸ਼ਾਅੱਲਾ, ਇਹ ਚੰਗਾ ਤਕੜਾ ਵਾਰਾ ਹੋਣਾ। ਹਾਂ ਨਹੀਂ ਵੇਖੋ ਨਾ ਨਾ, ਬੜਾ ਸੋਹਣਾ ਫਲ। ਹੂੰ, ਹਜੇ ਹਜੇ ਆ ਵੇਖੋ ਹਜੇ ਲੜੀਆਂ ਨਾਲ ਭਰਿਆ ਪਿਆ, ਹਾਂ ਗੁੱਛੇ ਲੱਗੇ ਹੋਏ, ਪੁੱਛੇ ਲੱਗੇ ਹੋਏ ਆ। ਹੁਣ ਹੌਲੀ ਹੌਲੀ ਵਧਣਗੀਆਂ। ਹੂੰ। ਚਲੋ ਰੱਬ ਕਾਮਯਾਬ ਕਰੇ ਹਾਂ ਜੀ। ਤੇ ਇਹ ਕੋਈ ਤਿਆਰ ਤਾਂ ਹੁਣ 2-4 ਦਿਨ ਤੱਕ ਹੋ ਜਾਣਾ। ਹਾਂ ਹਾਂ, ਅਸੀਂ ਕਹਿੰਦੇ ਆ ਕਿ ਥੋੜਾ ਜਿਹਾ ਈਦ ਦੇ ਨੇੜੇ ਜਾ ਕੇ ਥੋੜੀ ਇਹਨੂੰ। ਅੱਛਾ ਅੱਛਾ ਅੱਛਾ, ਇਹ ਵੀ ਹੁੰਦਾ ਸੋਚ। ਇਹ ਵੀ ਸੋਚ ਹੁੰਦੀ ਆ ਕਿ ਉਹ ਈਦ ਤੇ ਫਿਰ ਤੇ ਦੀ ਡਿਮਾਂਡ ਵੱਧ ਜਾਂਦੀ ਹੈ ਨਾ, ਹਾਂ, ਤੇ ਰੇਟ ਤੇ ਕੁਝ ਚਾਂਸ ਹੁੰਦਾ ਵਧਣ ਦਾ। ਅਸੀਂ ਨਾ ਜੀ ਅੱਗੇ ਉਹ ਰੋਕ ਕੇ ਮਟਰ ਹੂੰ। ਰੋਜ਼ਿਆਂ 'ਚ ਲਿਆਂਦੇ ਸੀ। ਹੂੰ। ਅਸੀਂ ਨਾ ਜੀ ਮਟਰ ਰੋਕ ਕੇ ਲਿਆਂਦੇ ਔਖੇ ਸੌਖੇ ਰੋਜ਼ਿਆਂ ਦੇ ਵਿੱਚ, ਵੀ ਰੋਜ਼ਿਆਂ 'ਚ ਰੇਟ ਚੰਗਾ ਲਵਾਂਗੇ। ਤੇ ਉਹ ਤਾਂ ਗੱਲ ਬਣੀ ਨਹੀਂ, ਕੋਈ। ਮਟਰਾਂ ਦਾ ਤਾਂ ਉਹਦੇ ਨਾਲ ਤਲਕ ਹੀ ਕੋਈ ਨਹੀਂ ਸੀ। ਮਟਰ ਕਿਸ 'ਚ ਪੈਂਦੇ, ਕਿਹੜਾ ਪਕੌੜਿਆਂ 'ਚ ਪੈਂਦੇ ਸੀ। ਹਾਂ। ਇਹ ਤਾਂ ਮਿਰਚਾਂ ਜਿਹੜੀਆਂ ਇਹ ਤਾਂ ਈਦ ਤੇ ਇਸਤੇਮਾਲ ਹੋਣੀ, ਹਰ ਘਰ 'ਚ ਪਕਾਣੀ ਹੈ। ਹੂੰ, ਇਸ ਕਰਕੇ ਡਿਮਾਂਡ ਵੱਧ ਜਾਂਦੀ ਹੈ। ਮਿਰਚ ਤਾਂ ਜਿਹੜੀ ਹੋਇਆ ਅੱਗੇ ਉਨੀ ਹੋਣੀ ਆ। ਉਹ ਕੋਈ ਚਾਂਸ ਹੁੰਦਾ ਵੀ ਕਿ 100-200 ਵੱਧ ਥੱਲੇ ਪੈ ਜਾਵੇ। ਹਾਂ, ਇਹ ਤਾਂ ਸਰੋਇਆ ਸਾਹਿਬ ਫਿਰ ਤੁਸੀਂ ਸਾਨੂੰ ਉਦੋਂ ਦੱਸ ਦਿੰਦੇ, ਅਸੀਂ ਜਦ ਉਹ ਕਿੱਲਾ ਰੋਕੀ ਰੱਖਿਆ ਮਟਰਾਂ ਦਾ। ਇਹ ਜੀ ਇਧਰਲੇ ਮੁਰੱਬੇ ਦੇ ਵਿੱਚ ਜ਼ਿਆਦਾ ਟਾਈਮ ਲੰਘਦਾ ਜੀ, ਉਧਰ ਇਹਨਾਂ ਦਾ ਘੱਟ ਗੇੜਾ ਲੱਗਦਾ। ਤੇ ਹੁਣ ਮਾਸ਼ਾਅੱਲਾ ਅਸੀਂ ਉਧਰ ਖੀਰਾ ਲਾਇਆ, ਉਹ ਵੀ ਕਿਸੇ ਟਾਈਮ ਤੁਹਾਨੂੰ ਅਸੀਂ ਦਿਖਾਵਾਂਗੇ। ਜਦੀਦ ਖੀਰਾ ਲਾਇਆ ਤੁਹਾਡੀ ਦੁਆ ਦੇ ਨਾਲ। ਇਦਾਂ ਫਿਰ ਮਿੱਟੀ 'ਚ ਮਿੱਟੀ ਹੋਣਾ ਪੈਂਦਾ, ਤੇ ਫਿਰ ਜਾ ਕੇ ਰੱਬ ਰੋਜ਼ੀ ਦਿੰਦਾ ਜੀ। ਤੇ ਕਹਿ ਲਓ ਵੀ ਦੁਆ ਕਰੋ ਜੀ, ਰੱਬ ਖੈਰ ਸੁੱਖ ਰੱਖੇ। ਹੁਣ ਸਾਡੀ ਜਿਹੜੀ ਭਰਵੀਆਂ ਤੜਾਈਆਂ ਨਾ, ਸ਼ਿਮਲਾ ਦੀ ਵੀ ਤੇ ਹਰੀ ਦੀ, ਸ਼ਿਮਲਾ ਦਾ ਮਾਸ਼ਾਅੱਲਾ ਇਸ ਟਾਈਮ ਅਸੀਂ 500 ਬੈਗ ਫੀ ਏਕੜ ਤੇ ਨਾ ਤੜਾਈ ਕਰ ਲਈ ਆ। ਤੇ ਸਾਨੂੰ ਤਾਂ ਫਿਰ ਤੁਸੀਂ ਦਿਖਾਇਆ ਹੀ ਨਹੀਂ, ਦੱਸਿਆ ਹੀ ਨਹੀਂ। ਉਹ ਬਸ ਫਿਰ ਤੁਹਾਡਾ ਵੀ ਟਾਈਮ ਲੱਗਾ ਹੂੰ। ਰੋਜ਼ੀਆਂ ਕਰਕੇ ਅਸੀਂ। ਤੇ ਉਹ ਮਾਸ਼ਾਅੱਲਾ ਕੋਈ ਦੱਸ ਸਕਦੇ ਆ ਵੀ ਕਿਵੇਂ ਰੇਟ ਰੂਟ ਰਿਹਾ ਤੇ ਕਿਵੇਂ ਰੇਟ ਜਿਹੜਾ ਸਾਡਾ ਤਾਂ ਮਾਸ਼ਾਅੱਲਾ ਬਹੁਤ ਚੰਗਾ ਰੇਟ ਰਹਿ ਗਿਆ। ਸ਼ਿਮਲਾ ਦਾ? ਸ਼ਿਮਲਾ ਦਾ 4000 ਤੋਂ ਬੈਗ ਸ਼ੁਰੂ ਹੋਇਆ ਸੀ। ਅੱਛਾ ਜੀ, ਇਸ ਟਾਈਮ ਆਖਰੀ ਰੇਟ ਅਸੀਂ ਕੋਈ 13-1400 ਰੁਪਏ ਲਿੱਤਾ। ਸ਼ੁਕਰ। ਇਸ ਟਾਈਮ ਵੀ 13-1400 ਤੇ ਬੈਗ ਖੜਾ। ਇਹਦਾ 1000 ਤੋਂ ਉੱਪਰ ਰੇਟ ਜਿਹੜਾ ਸ਼ਿਮਲਾ ਦਾ ਰੇਟ ਬੜਾ ਰੇਟ ਹੁੰਦਾ। ਨਹੀਂ ਜਿੰਨੀ ਸ਼ੁਕਰ ਆ ਜੀ। ਪ੍ਰੋਡਕਸ਼ਨ ਆਉਂਦੀ ਹੈ ਨਾ ਇਹਦੀ, ਹਾਂ ਹਾਂ ਤੇ ਬੜਾ ਰੇਟ ਹੁੰਦਾ ਇਹਦਾ। ਹਾਂ, ਇਹ ਜਿਹੜਾ ਪਹਿਲਾ ਕਹਿ ਲਓ ਵੀ ਰੇਟ ਚੰਗਾ ਲੱਭ ਗਿਆ, ਤੇ ਉਹ ਤਾਂ ਅੱਲਾ ਦਾ ਬੜਾ ਸ਼ੁਕਰ ਆ। ਬਹੁਤ ਸ਼ੁਕਰ ਆ। ਔਰ ਇਹ ਜਿਹੜਾ ਮੈਂ ਦੱਸਿਆ ਸੀ ਨਾ ਸ਼ੁਰੂ ਦੇ ਵਿੱਚ ਅਸੀਂ ਇੱਕ ਤਿੰਨਾਂ ਦੇ ਸ਼ੈੱਡ ਬਣਾਏ ਆ ਜਿਹੜੇ, ਹਾਂ 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 ਉਹ ਸ਼ੈੱਡ ਨੇ ਬੜਾ ਫਰਕ ਪਾਇਆ। ਹਾਂ ਉਹਦੇ ਨਾਲ ਥੋੜਾ ਐਡਵਾਂਸ ਆ ਗਈ ਮਿਰਚ। ਹਾਂ। ਹੁਣ ਜਿਹੜੇ ਨਾਲ ਦੇ ਜਿਹੜੇ ਸਿੰਗਲ ਟਨਲ ਚਲਾਇਆ ਹੋਇਆ ਸੀ, ਹੂੰ, ਉਹ ਨਾ ਇੱਕ 100 150 ਬੈਗ ਏਕੜ ਦਾ ਤੋੜਿਆ। ਸਾਡੀ ਮਾਸ਼ਾਅੱਲਾ 500 ਬੈਗ ਚਲੀ ਗਈ। 500 ਬੈਗ ਤੇ ਉਹ ਥੋੜੀ ਟੈਕਨੀਕ ਜਿਹੜੀ ਸੀ ਨਾ ਚਾਚਾ, ਉਹ ਕਾਮਯਾਬ ਹੋ ਗਈ ਇਹਦੀ। ਕਾਮਯਾਬ ਹੋ ਗਿਆ, ਅੱਲਾ ਕਰੇ। ਜਿਹੜਾ ਕਹਿੰਦੇ ਨਾ ਵੀ ਅਗੇਤਰੀ ਪਛੇਤਰੀ ਨਾਲ ਨਹੀਂ ਰਲਦੀ, ਜਿਹੜਾ ਟਾਈਮ ਨਾ ਆ ਗਿਆ ਮਾਰਕੀਟ ਦੇ ਵਿੱਚ, ਬਸ ਉਹ ਕਾਮਯਾਬੀ ਉਹਦੇ ਵਿੱਚ। ਤੇ ਇਹਦੀ ਜਿਹੜੀ ਆ ਕਹਿ ਲਓ ਵੀ ਤੜਾਈ ਜਿਹੜੀ, ਉਹ ਕਿੱਥੇ ਰੇਟ ਲੱਭ ਸਕਦਾ ਹੁਣ? ਸਬਜ਼ ਦਾ ਹਾਂ ਸਬਜ਼ ਦਾ ਰੇਟ ਤਾਂ ਇਸ ਵਾਰ ਠੱਡੀ ਹੋਈ ਘੱਟ ਆ। 3000 ਤੋਂ ਸ਼ੁਰੂ ਹੋਇਆ, 2000 ਤੇ ਆ ਗਿਆ। ਬਸ ਤੇ ਯਾ ਹਲੇ ਤੜਾਈਆਂ ਜਿਹੜੀਆਂ ਨਾ, ਇਹ ਕੋਈ ਟਾਵਾਂ ਟਿੱਲਾ ਬੰਦਾ ਤੋੜ ਰਿਹਾ। ਟਮਾਟਰ ਲੈ। ਇਹ 1000 1200 ਤੇ ਭਾਵੇਂ ਆ ਜਾਵੇ ਹਿਸਾਬ ਨਾਲ। ਹਾਂ ਚਾਚਾ ਹਾਂ, ਇਹਦਾ ਇਹਦੀ ਕਾਸ਼ਤ ਜ਼ਿਆਦਾ ਮਿਰਚ ਦੀ। ਬਹੁਤ ਘੱਟ। ਨਹੀਂ ਇਹਦਾ ਸਾਡੇ ਬੜਾ ਟ੍ਰੈਂਡ ਬੜਾ ਗਲਤ ਆ। ਪਿਛਲੇ ਸਾਲ ਹੁਣ ਸਬਜ਼ ਮਿਰਚ ਦਾ ਰੇਟ ਬਹੁਤ ਰਿਹਾ, 3000 3500 ਅੱਛਾ 2500 ਤੱਕ ਰੇਟ ਰਿਹਾ ਦਾ। ਹੂੰ, ਥੱਲੇ ਆਇਆ ਹੀ ਨਹੀਂ ਹੈਗਾ। ਤੇ ਉਹ ਹਰ ਬੰਦੇ ਨੇ ਲਾ ਲਈ। ਹੂੰ, ਸ਼ਿਮਲਾ ਦੀ ਕਾਸ਼ਤ ਘਟ ਗਈ ਹੈ ਤੇ ਇਹਦੀ ਕਾਸ਼ਤ ਵੱਧ ਗਈ। ਆਹ ਬੜਾ ਰੌਲਾ। ਤੇ ਜਿਹੜੇ ਨਹੀਂ ਬੰਦੇ ਮਿਰਚ ਲਾਉਂਦੇ ਉਹ ਵੀ ਇਸ ਪਾਸੇ ਆ ਜਾਂਦੇ ਕਿ ਬੜਾ ਰੇਟ ਰਿਹਾ ਦਾ। ਉਹ ਜਦੋਂ ਕਾਸ਼ਤ ਵੱਧ ਜਾਂਦੀ ਆ ਫਿਰ ਰੇਟ ਘਟ ਜਾਂਦਾ। ਤੇ ਰੇਟ ਫਿਰ ਆਪੇ ਘਟ ਜਾਂਦਾ। ਇਹ ਤਾਂ ਵਾਕਈ ਗੱਲ ਠੀਕ ਫਿਰ ਉਹ ਹੈ। ਜਿਹੜੇ ਨਵੇਂ ਬੰਦੇ ਹੁੰਦੇ ਆ, ਹੂੰ, ਉਹ ਸਾਲ ਬਾਅਦ ਫਿਰ ਉਹ ਨਿਕਲ ਜਾਂਦੇ ਵਿੱਚੋਂ।
ਉਹ ਫਿਰ ਆਪੇ ਹੀ ਨਿਕਲਣੇ ਆ ਫੇਰ ਕਹਿਣਾ ਘਾਟਾ ਪੈ ਗਿਆ। ਨਹੀਂ ਇਹ ਸਿਰਫ ਕਾਸ਼ਤ ਬਹੁਤੀ ਹੋਣ ਦੀ ਵਜ੍ਹਾ ਹੀ ਹੋ ਸਕਦੀ ਹੈ ਜਾਂ ਤੁਹਾਡੇ ਖਿਆਲ 'ਚ ਹੋਰ ਵੀ ਕੋਈ ਹੋ ਸਕਦੀ? ਨਹੀਂ ਨਹੀਂ ਇਹ ਕਾਸ਼ਤ ਹੀ ਆ। ਜਿਹੜਾ ਜਾਂਦੀ ਸੀ ਨਾ ਅੱਗੇ ਅਫਗਾਨਿਸਤਾਨ ਵੀ ਜਾਂਦੀ ਆ, ਲੇਕਿਨ ਉਹ ਜਾਂਦੀ ਥੋੜਾ ਲੇਟ ਕਰਕੇ ਆ। ਉਹ ਜਾਂਦੀ ਜੂਨ ਦੇ ਵਿੱਚ, ਮਈ ਜੂਨ ਚ ਜਾਂਦੀ ਉਧਰ। ਅੱਛਾ ਅੱਛਾ। ਹਾਲੇ ਸਾਡੇ ਕੋਲ ਇਸ ਟਾਈਮ ਸਿੰਧ ਦੀ ਬਹੁਤ ਮਿਰਚ ਆ ਰਹੀ ਹੈ। ਸਿੰਧ ਦੇ ਟਰੱਕਾਂ ਦੇ ਟਰੱਕ ਲੱਗ ਰਹੇ ਫੈਸਲਾਬਾਦ, ਹਾਂ ਬਰਫ਼ ਲਾ ਕੇ ਉਹ ਆਪਣੇ ਆਉਂਦੇ ਤੋਂ ਪਹਿਲਾਂ ਆ ਜਾਂਦੀ। ਉਹ ਜਿਵੇਂ ਹੁਣ ਗਰਮੀ ਪੈਣੀ ਆ, ਉਹ ਮਿਰਚ ਘਟਣੀ ਆ, ਤੇ ਇਹਦਾ ਹੋ ਸਕਦਾ ਕੋਈ ਰੇਟ ਬਣ ਜਾਵੇ। ਇਹ ਜੀ ਮੇਰੇ ਮਾਲਕ ਦੀ ਵੰਡ ਆ ਵੀ ਸਿੰਧ ਸਾਡੇ ਤੋਂ 2 ਕਦਮ ਅੱਗੇ ਹੀ ਆ, ਅੱਗੇ ਵੀ 2 ਪੈਰ ਸਿੰਧ ਅੱਗੇ ਆ। ਕਿਦਾਂ ਬਈ ਕਣਕ ਉਹਨਾਂ ਦੀ ਪਹਿਲਾਂ ਆਂਦੀ, ਮਿਰਚ ਉਹਨਾਂ ਦੀ ਪਹਿਲਾਂ ਆਂਦੀ, ਮੌਸਮ ਦਾ ਕੋਈ ਫਰਕ ਆ। ਅੱਛਾ ਜੀ, ਹੁਣ ਅਖੀਰ ਤੇ ਸਾਨੂੰ ਸਿਰਫ ਇਹ ਦੱਸ ਦਿਓ ਵੀ ਇਹ ਕਹਿ ਲੈ ਵੀ ਆ ਇੱਕ ਫਸਲ ਚੰਗੀ ਹੋ ਜਾਂਦੀ ਆ, ਦੂਸਰੇ ਚੋਂ ਕੰਮ ਮਤਲਬ ਗੱਲ ਬਰਾਬਰਾਂ ਜਿਹੀ ਰਹਿੰਦੀ। ਬਰਾਬਰ ਜ਼ਿਮੀਦਾਰ ਬਰਾਬਰਾਂ 'ਚ ਰਹਿੰਦਾ, ਇਹ ਨਹੀਂ ਉੱਤੇ ਜਾਂਦਾ। ਹੁਣ ਜਿਵੇਂ ਸ਼ਿਮਲਾ ਚਲੋ ਜੇ ਰੇਟ ਇੱਕ ਤੜਾਈ ਦਾ ਚੰਗਾ ਲੈ ਲਿਆ ਤੇ ਉਹ ਹਰੀ ਦਾ ਹੁਣ ਬਰਾਬਰਾਂ ਚ ਆ ਰਿਹਾ। ਚਲੋ ਖੈਰ ਸ਼ੁਕਰ ਆ ਮਾਲਕ ਦਾ, ਰੱਬ ਜੀਆਂ ਦੀ ਖੈਰ ਕਰੇ, ਰੱਬ ਸਕੂਨ ਦੇਵੇ। ਹਾਂ ਤੇ ਜਿਵੇਂ ਦੇ ਹਾਲਾਤ ਬਣ ਰਿਹਾ ਜੀ, ਹਰ ਟਾਈਮ ਦੁਆ ਮੰਗਿਆ ਕਰੋ ਵੀ ਰੱਬ ਮੁਲਕ ਪਾਕਿਸਤਾਨ ਦੀ ਤੇ ਸਾਰੀ ਦੁਨੀਆ ਦੀ ਰੱਬ ਖੈਰ ਸੁੱਖ ਰੱਖੇ ਜਿੱਥੇ ਜਿੱਥੇ ਬੰਦੇ ਵਸ ਰਹੇ। ਤੇ ਹੁਣ ਇਫਤਾਰੀ ਦਾ ਟਾਈਮ ਆ, ਅਸੀਂ ਘਰੇ ਵੀ ਪਹੁੰਚਣਾ ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਜਿੱਥੇ ਰਹੋ ਸੁਖੀ ਰਹੋ, ਤਕੜੇ ਰਹੋ, ਜਿਉਂਦੇ ਵਾਸਤੇ ਰਹੋ। ਦਬ ਲਓ ਬਟਨ ਜੀ, ਬੜੀ ਮਿਹਰਬਾਨੀ। ਚਲੋ ਜੀ।